कार जोरी श्री हरि कृष्ण मनाए बहोरी। तेग बहादुर परम कृपाला गुर परम कृपाला। श्री गुरु गोबिंद सिंह विसाला। धरों धरा पर पुन पुन सीसा जी पुन पुन सीसा। बंदों बार बार जगदीशा। जिसमें अमृत ज्ञान है मानिक भगत वैराग। श्री गुरु ग्रंथ साहिब उदध बंदों कर अनुराग। एकंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। वाहिगुरु जी का खालसा वाहिगुरु जी की फतेह। सतगुरु गरीब नवाज पतित पावन भगत वत्सल अंतरजामी किरपा दे खजाने दसां पातशाहियां दी जोत तखत चौर छतर दे मालक धन श्री गुरु ग्रंथ साहिब जी महाराज। सतगुरां दी पावन पवित्र हजूरी अंदर जगत गुरु जाहर पीर जगत गुर बाबा धन धन श्री गुरु नानक देव साहिब जी महाराज। सतगुरां दे पावने अस्थान सचखंड दरबार गुरुद्वारा श्री बेर साहिब जी विखे सजे हुए सुंदर दीवान की हाजरी भर रही गुरु की साजी नवाजी हुई साध संगत जीओ। महाराज साहब जी ने कृपा की है अपने अमृतमयी दर्शन बख्शिश कीते। सत संगत का अमोलक भागा समा गुरु की कृपा नाल प्राप्त होया है। अमृत बाणी का कीर्तन सतगुरां दी पावन पवित्र हजूरी अंदर होया। गुरसिख संगतां ने हाजरियां भरियां। अमृत बाणी हर हर तेरी सुन सुन होवै परम गत मेरी। जलन बुझी शीतल होए मनुआ सतगुर का दर्शन पाए जियो। गरीब नवाज साहब जी ने कृपा की है। सतगुरां दी अमृत बाणी सतगुरां दा अमृत दर्शन कल्याणकारी है। वड्डियां भागां दे नाल गुरु की कृपा दे नाल इह दात प्राप्त हुंदी है। लड़ीवार रूप दे विच साध संगत जी जगत गुरु धन धन श्री गुरु नानक देव साहब महाराज जी का पावन गुरु साहब जी के आनंद कारज का विआह का इतिहास सरवण कर रहे हाँ। जिमें सतगुरु महाराज साहब जी का आनंद कारज माता सुलखणी जी के नाल होया है। और जिस प्रकार बाबा मूल चंद जी वालों सारे बरात की सेवा की गई, कई तरह के पकवान छकाए गए और फिर सारी बरात जिस थां के उत्ते जन घर भाव बरात की सेवा वास्ते जो थां बनाया सी उत्थे सारी बरात जा करके साध संगत जी अपने स्थान से सोभनीक हुई है।
ਇੱਥੋਂ ਤੀਕ ਆਪਾਂ ਪਿੱਛੇ ਇਤਿਹਾਸ ਸਰਵਣ ਕੀਤਾ ਹੈ, ਜਿੱਥੇ ਸਾਰੇ ਬਰਾਤੀਆਂ ਨੂੰ ਬੈਠਾਉਣ ਦਾ ਸਾਰਾ ਪ੍ਰਬੰਧ ਕੀਤਾ ਸੀ, ਮੰਜੇ ਡਾਏ ਹੋਏ ਸਨ, ਔਰ ਉਸ ਥਾਂ ਦੇ ਉੱਤੇ ਸਾਰੀ ਬਰਾਤ ਜਾ ਕਰਕੇ ਬੈਠੀ ਹੈ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮੰਜੇ ਡਾਉਂਦੇ ਸਨ ਬਰਾਤ ਦੇ ਵਾਸਤੇ। ਇਹ ਤਾਂ ਥੋੜ੍ਹੇ ਸਮੇਂ ਦੇ ਵਿੱਚ ਹੀ, ਥੋੜ੍ਹਾ ਜਿਹਾ ਸਮਾਂ ਹੋਇਆ ਵਾ ਜਾਂ ਕੁਰਸੀਆਂ ਦਾ ਚੱਲਿਆ ਪ੍ਰੋਗਰਾਮ, ਨਹੀਂ ਤਾਂ ਪਹਿਲਾਂ ਤਾਂ ਬਰਾਤ ਆਉਂਦੀ ਹੁੰਦੀ ਸੀ ਅਤੇ ਮੰਜੇ ਹੀ ਡਾਏ ਜਾਂਦੇ ਸੀ ਬਰਾਤ ਵਾਸਤੇ। ਚੰਗੀ ਤਰ੍ਹਾਂ ਸੋ ਦਰੀਆਂ ਵਿਛਾ ਕੇ, ਚਾਦਰਾਂ ਵਿਛਾ ਕੇ, ਸਰਾਣੇ ਲਾ ਕੇ ਨਵੇਂ ਨਵੇਂ ਵੀ ਬਰਾਤੀਆਂ ਵਾਸਤੇ ਇਹ ਮੰਜੇ ਲਾਉਣੇ ਆ। ਤਾਂ ਇਸ ਤਰੀਕੇ ਦੇ ਨਾਲ ਉਹ ਸੇਵਾ ਕੀਤੀ ਜਾਂਦੀ ਸੀ ਬਰਾਤ ਦੀ, ਅਤੇ ਬਰਾਤੀ ਜਿਹੜੇ ਸੀ ਉਹ ਆ ਕਰਕੇ ਆਰਾਮ ਵੀ ਕਰਦੇ ਸਨ। ਇੱਥੇ ਤਾਂ ਇਹ 3 ਦਿਨ ਬਰਾਤ ਰਹੀ ਹੈ ਬਟਾਲੇ ਦੀ ਧਰਤੀ 'ਤੇ, ਇਸ ਕਰਕੇ ਦਿਨੇ ਵੀ ਆਰਾਮ ਕਰਨਾ, ਰਾਤ ਨੂੰ ਵੀ ਸੌਣਾ ਬਰਾਜਣਾ। ਤਾਂ ਫਿਰ ਉਹ ਸਾਰਾ ਪ੍ਰਬੰਧ ਕੀਤਾ ਹੋਇਆ ਸੀ, ਤੰਬੂ ਕਨਾਤਾਂ ਪੂਰੀਆਂ ਲਾਈਆਂ ਹੋਈਆਂ ਸੀ, ਪੂਰਾ ਪ੍ਰਬੰਧ ਕੀਤਾ ਹੋਇਆ ਸੀ ਬਾਬਾ ਮੂਲ ਚੰਦ ਜੀ ਵੱਲੋਂ। ਬਰਾਤ ਸਾਰੀ ਜਿੰਨੇ ਬਰਾਤੀ ਉਹ ਜਾ ਕੇ ਉੱਥੇ ਬੈਠੇ ਆ, ਆਰਾਮ ਕਰ ਰਹੇ ਆ। ਉਸ ਤੋਂ ਬਾਅਦ ਕੀ ਹੋਇਆ ਹੈ, ਇਹ ਇਤਿਹਾਸ ਆਰੰਭ ਹੋ ਰਿਹਾ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਏ ਆ ਸ਼ਰਧਾ ਭਾਵਨਾ ਸਾਹਿਬ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਦੋਂ ਸਾਰੀ ਬਰਾਤ ਬੈਠ ਗਈ ਹੈ ਨਾ, ਤੇ ਉਸ ਛਿਨ ਫਿਰ ਸੋਭਾ ਵਾਲੇ ਸੁੱਖਾਂ ਦੇ ਦਾਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਉੱਥੋਂ ਬੁਲਾ ਕਰਕੇ ਨਾ ਤੇ ਬਾਬਾ ਮੂਲ ਚੰਦ ਜੀ ਦੇ ਘਰ ਦੇ ਵਿੱਚ ਲੈ ਗਏ। ਜੋ ਸੰਸਾਰ ਦੀ ਰੀਤੀ ਹੈ ਵੀ ਆਨੰਦ ਕਾਰਜ ਤੋਂ ਬਾਅਦ ਜਿਸ ਵੇਲੇ ਜਲ ਪਾਣੀ ਛਕਾ ਦਿੱਤਾ ਜਾਂਦਾ ਹੈ, ਪ੍ਰਸ਼ਾਦਾ ਪਾਣੀ ਬਰਾਤ ਸਾਰੇ ਛਕ ਲੈਂਦੇ ਆ, ਤੇ ਫਿਰ ਲਾੜੇ ਨੂੰ ਇੱਕ ਵਾਰੀ ਅੰਦਰ ਲੈ ਜਾਂਦੇ ਆ। ਅੰਦਰ ਜਾ ਕਰਕੇ ਆਪਣੀ ਜੋ ਸੰਸਾਰੀ ਰਸਮ ਹੈ ਉਹ ਕੀਤੀ ਜਾਂਦੀ ਹੈ। ਕੁਝ ਛਕਾਇਆ ਜਾਂਦਾ ਉੱਥੇ, ਕੁਝ ਸ਼ਗਨ ਪਾਉਂਦੇ ਆ, ਪਰਿਵਾਰ ਦੇ ਮੈਂਬਰ ਗੱਲਬਾਤ ਕਰਦੇ ਆ। ਤੋ ਇਸ ਤਰੀਕੇ ਦੇ ਨਾਲ ਲੈ ਕੇ ਅੰਤਰ ਧਾਮ, ਅੰਦਰ ਘਰ ਦੇ ਵਿੱਚ ਬਾਬਾ ਜੀ ਨੂੰ ਲੈ ਗਏ ਬੁਲਾ ਕਰਕੇ। ਜਿਸ ਥਾਂ ਦੇ ਉੱਤੇ ਕਹਿੰਦੇ ਵੀ ਮਾਈਆਂ ਬੀਬੀਆਂ ਬੈਠੀਆਂ ਹੋਈਆਂ ਸਾਰੀਆਂ ਇਕੱਤਰ ਹੋ ਕਰਕੇ, ਉਹ ਮਾਈਆਂ ਬੀਬੀਆਂ ਜੋ ਜਿੰਨੇ ਵੀ ਬਾਬਾ ਜੀ ਦੇ ਸਹੁਰੇ ਪਰਿਵਾਰ ਵੱਲੋਂ ਔਰ ਧੰਨ ਮਾਤਾ ਸੁਲੱਖਣੀ ਜੀ ਦੇ ਪੇਕੇ ਪਰਿਵਾਰ ਵੱਲੋਂ ਜਿੰਨੇ ਵੀ ਉਹਨਾਂ ਦੇ ਮਾਤਾ ਜੀ ਆ, ਬਾਕੀ ਹੋਰ ਇਸੇ ਤਰ੍ਹਾਂ ਮਾਈਆਂ ਬੀਬੀਆਂ, ਉਹਨਾਂ ਸਾਰਿਆਂ ਨੇ ਉੱਥੇ ਬੁਲਾਇਆ ਹੈ ਜਿੱਥੇ ਸਭ ਮਾਈਆਂ ਬੀਬੀਆਂ ਸੋਭਨੀਕ ਹੋ ਰਹੀਆਂ ਹਨ। ਕਹਿੰਦੇ ਚੰਦਰਮਾ ਵਰਗਾ ਜਿਨ੍ਹਾਂ ਦਾ ਮੁਖ ਹੈ ਔਰ ਬਹੁਤ ਸੋਭਾ ਹੈ, ਐਸੀਆਂ ਜੋ ਮਾਈਆਂ ਬੀਬੀਆਂ ਜਿੱਥੇ ਸੋਭਨੀਕ ਹਨ, ਤਾਂ ਉਹ ਸਭ ਉਹ ਮਾਈਆਂ ਨੇ ਮਿਲ ਕਰਕੇ ਤੇ ਉਹ ਕੀਤੀ ਹੈ ਜੋ ਸਾਰੀ ਸੰਸਾਰ ਦੀ ਰਹੁ ਰੀਤ, ਜੋ ਕਹਿੰਦੇ ਕੁਲ ਦੀ ਰੀਤ ਸੀ ਨਾ, ਉਹ ਮਿਲ ਕਰਕੇ ਇਸਤਰੀਆਂ ਨੇ ਕੀਤੀ ਹੈ। ਇਹ ਸਤਿਗੁਰੂ ਸਾਹਿਬ ਜੀ ਦੀ ਜੋ ਸੋਹਣੀ ਮੂਰਤ ਹੈ, ਉਹ ਸਹਿਜ ਅਵਸਥਾ ਵਿੱਚ ਮਹਾਰਾਜ ਟਿਕੇ ਹੋਏ ਤੇ ਸੋਹਣੇ ਨੇਤਰ ਹਨ ਗਰੀਬ ਨਵਾਜ ਦੇ, ਐਸਾ ਜੋ ਸੁੰਦਰ ਸਰੂਪ ਹੈ। ਹਿਰਦੇ ਦੀ ਪ੍ਰੀਤ ਕਰਕੇ ਤੇ ਸਤਿਗੁਰੂ ਜੀ ਦੀ ਸੋਹਣੀ ਮੂਰਤ ਨੂੰ ਤੱਕਿਆ, ਸਤਿਗੁਰੂ ਜੀ ਦੇ ਸੋਹਣੇ ਸਰੂਪ ਨੂੰ ਉਹਨਾਂ ਨੇ ਤੱਕਣਾ ਕੀਤਾ ਹੈ। ਤੇ ਉਹ ਫਿਰ ਇਸਤਰੀਆਂ ਨੇ ਉੱਥੇ ਹਾਸ ਵਿਲਾਸ ਵੀ ਕੀਤਾ ਹੈ। ਸੋ ਇਸ ਤਰ੍ਹਾਂ ਦਾ ਹੀ ਸਮਾਂ ਹੁੰਦਾ ਹੈ ਵਿਆਹ ਦੇ ਮੌਕੇ ਤੇ। ਤਾਂ ਮਹਾਰਾਜ ਸਾਹਿਬ ਜੀ ਫਿਰ ਕੋਮਲ ਬੋਲ ਅਮੋਲ ਭਣੈ, ਕੋਮਲ ਜਿਹੜੇ ਬਹੁਤ ਹੀ ਕੋਮਲ ਬੋਲ ਵਾ, ਅਮੋਲਕ ਵਾ, ਉਹ ਕਥਨ ਕਰਦੇ ਆ ਆਪਣੇ ਮੁਖ ਤੋਂ। ਤਾਂ ਗਰੀਬ ਨਵਾਜ ਸਾਹਿਬ ਜੀ ਜਦੋਂ ਬੋਲਦੇ ਆ ਨਾ, ਤੇ ਜਾਣੋ ਕਿ ਫੁੱਲ ਝੜਦੇ ਹਨ। ਗੁਰੂ ਜੀ ਮੁਕਤੀ ਦੇ ਜੋ ਮੂਲ ਰੂਪ, ਉਹ ਵਾਕ ਕਹਿੰਦੇ ਹਨ, ਮਾਨੋ ਫੁੱਲ ਝੜਦੇ ਸਤਿਗੁਰੂ ਜੀ ਦੇ ਮੁਖ ਤੋਂ ਜਦੋਂ ਬੋਲਦੇ ਆ। ਉਹ ਇਸਤਰੀਆਂ ਦੇ ਵਿੱਚ, ਸੋ ਪਾਰੇ ਪਰਿਵਾਰ ਦੇ ਵਿੱਚ ਬੈਠਿਆਂ ਹੋਇਆਂ, ਜਿਨ੍ਹਾਂ ਦੇ ਕਮਲ ਫੁੱਲ ਵਰਗੇ ਖਿੜੇ ਹੋਏ ਨੇਤਰ ਵਾ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ, ਤੇ ਮਾਇਆ ਜਿਨ੍ਹਾਂ ਦੇ ਮਨ ਦੇ ਵਿੱਚ ਹੈ,
ਐਨ ਦਇਆ ਮਇਆ ਦੇ ਘਰ ਹੀ ਹਨ ਸਤਿਗੁਰੂ ਜੀ। ਜਿਨ੍ਹਾਂ ਵੱਲ ਨੂੰ ਤੱਕਦੇ ਆ ਨਾ ਮਹਾਰਾਜ ਆਪਣੀ ਮਿਹਰ ਦੀ ਦ੍ਰਿਸ਼ਟੀ ਦੇ ਨਾਲ, ਤੇ ਉਹਨਾਂ ਇਸਤਰੀਆਂ ਦੇ ਮਨ ਦੇ ਵਿੱਚ ਚੈਨ ਮਹਾਰਾਜ ਦੇਈ ਜਾਂਦੇ ਆ, ਉਹਨਾਂ ਦੇ ਹਿਰਦੇ ਨੂੰ ਚੈਨ ਪ੍ਰਾਪਤ ਹੋ ਜਾਂਦਾ ਹੈ। ਆਮ ਤੇ ਇਸ ਤਰ੍ਹਾਂ ਹੁੰਦਾ ਹੈ ਨਾ, ਤੇ ਸੰਸਾਰੀ ਮਨੁੱਖ ਜਦੋਂ ਵੇਖਦਾ ਹੈ ਤੇ ਉਹ ਤਾਂ ਚੈਨ ਨਹੀਂ ਦੇ ਸਕਦਾ, ਪਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜਿੱਧਰ ਨੂੰ ਤੱਕਦੇ ਆ ਉਧਰ ਹਿਰਦੇ ਸ਼ਾਂਤ ਕਰੀ ਜਾਂਦੇ, ਹਿਰਦਿਆਂ ਨੂੰ ਚੈਨ ਦੇਈ ਜਾਂਦੇ। ਹਿਰਦਿਆਂ ਵਿੱਚ ਜਿਹੜੀ ਵਿਕਾਰਾਂ ਦੀ ਤਪਸ਼ ਵਾ ਉਹਨੂੰ ਮੇਟ ਰਹੇ ਹਨ। ਸ੍ਰੀ ਮੁਖ ਜੋ ਸਤਿਗੁਰੂ ਜੀ ਦਾ ਸੋਹਣਾ ਮੁਖ ਹੈ ਨਾ, ਉਹ ਸੁੰਦਰਤਾ ਦਾ ਤੇ ਜਾਣੋ ਮੰਦਰ ਹੀ ਹੈ, ਸੁੰਦਰਤਾ ਦਾ ਘਰ ਹੀ ਹੈ। ਸਾਰੇ ਵੇਖ ਵੇਖ ਕੇ ਮੋਹਿਤ ਹੋ ਰਹੇ ਆ ਗੁਰੂ ਜੀ ਦੇ ਮੁਖੜੇ ਤੇ, ਇੰਨੀ ਸੁੰਦਰਤਾ ਹੈ। ਸੁੰਦਰਤਾ ਦਾ ਜਾਨੋ ਮਕਾਨ ਹੈ, ਸੁੰਦਰਤਾ ਦਾ ਘਰ ਹੈ ਸਤਿਗੁਰੂ ਜੀ ਦਾ ਸੋਹਣਾ ਮੁਖੜਾ। ਦੁੱਖਾਂ ਨੂੰ ਕੱਟਣ ਵਾਲੇ ਆ, ਜਿਨ੍ਹਾਂ ਨੇ ਦਰਸ਼ਨ ਕੀਤੇ ਨਾ ਉਹਨਾਂ ਦੇ ਦੁੱਖ ਕੱਟ ਦਿੱਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਦਰਸ਼ਨਾਂ ਨੇ। ਐਸਾ ਮਹਾਰਾਜ ਸਾਹਿਬ ਜੀ ਦਾ ਜਿੱਥੇ ਸੋਹਣਾ ਸਰੂਪ ਹੈ, ਸੋਹਣਾ ਮੁਖੜਾ ਹੈ, ਉੱਥੇ ਦੁੱਖ ਵੀ ਕੱਟਣ ਵਾਲਾ ਹੈ। ਤਾਂ ਹੀ ਪੰਜਵੇਂ ਪਾਤਸ਼ਾਹ ਨੇ ਆਖਿਆ ਨਾ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, 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 ਸੇ ਫਿਰ ਗਰਭਾਸ ਨਾ ਭਰਿਆ ਰੇ, ਸੇ ਫਿਰ ਗਰਭਾਸ ਨਾ ਭਰਿਆ ਰੇ, ਫਿਰ ਗਰਭਾਸ ਨਾ ਭਰਿਆ ਰੇ, मैं मूर्ख की केतक बात है, मैं मूर्ख की केतक बात है, मैं मूर्ख की केतक बात है, मैं मूर्ख की केतक बात है। कोट पराधे तरिया रे, कोट पराधे तरिया रे, कोट पराधे तरिया रे, गुर नानक जिन सुनिया पेखिया, गुर नानक जिन सुनिया पेखिया, नानक जिन सुनिया पेखिया, गुर नानक जिन सुनिया पेखिया, से फिर गर्भास न भरिया रे, से फिर गर्भास न भरिया रे, फिर गर्भास न भरिया रे, ਦੁੱਖ ਨਿਕੰਦਨ ਜਾਂ ਦਰਸਾਏ। ਦੁੱਖਾਂ ਦੇ ਕੱਟਣ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਦਰਸ਼ਨ ਕੀਤੇ ਮਹਾਰਾਜ ਸਾਹਿਬ ਜੀ ਦੇ ਸੋਹਣੇ ਸਰੂਪ ਦੇ, ਸੋਹਣੇ ਮੁਖ ਦੇ, ਉਹਨਾਂ ਦੇ ਦੁੱਖ ਹੀ ਕੱਟ ਦਿੱਤੇ ਜਗਤ ਗੁਰੂ ਜੀ ਨੇ। ਕਹਿੰਦੇ ਘਰ ਦੇ ਵਿੱਚ, ਵਿਹੜੇ ਵਿੱਚ ਜੋ ਇਸਤਰੀਆਂ ਸਨ, ਅਨੰਗ ਸੀ, ਭਾਵ ਕਾਮ ਵਰਗੀਆਂ, ਕਾਮ ਨੂੰ ਸੁੰਦਰ ਮੰਨਿਆ ਗਿਆ, ਇਸ ਕਰਕੇ ਆਖਿਆ ਹੈ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਉਹ ਸੰਸਾਰੀ ਰੀਤ ਵਜੋਂ ਉਹਨਾਂ ਨੇ ਘਰ ਵਿੱਚ ਸੱਦਿਆ ਸੀ, ਕੁਝ ਉਹ ਸ਼ਗਨ ਵਿਹਾਰ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਦੇ ਤਾਈ, ਤੇ ਘਰੇ ਸੱਦ ਕੇ ਨਮਸਕਾਰਾਂ ਕੀਤੀਆਂ, ਤੇ ਸਤਿਗੁਰੂ ਗਰੀਬ ਨਵਾਜ ਉਹ ਸਾਰਾ ਕਾਰਜ ਕਰਕੇ ਸਭ ਨੂੰ ਦਰਸ਼ਨ ਦੇ ਕੇ, ਸਭ ਦੇ ਹਿਰਦੇ ਸ਼ਾਂਤ ਕਰਕੇ, ਚੈਨ ਦੇ ਕੇ, ਤੇ ਫਿਰ ਸਭ ਨੂੰ ਤਿਆਗਦੇ ਹੋਏ ਤੇ ਆਪਣੇ ਡੇਰੇ ਆ ਗਏ, ਭਾਵ ਜਿੱਥੇ ਬਾਕੀ ਬਰਾਤ ਬੈਠੀ ਸੀ ਉੱਥੇ ਗੁਰੂ ਸਾਹਿਬ ਜੀ ਆ ਪਹੁੰਚੇ ਹਨ। ਇਸ ਤਰ੍ਹਾਂ ਸਤਿਗੁਰੂ ਜੀ ਹੁਣ ਜਦੋਂ ਬਰਾਤ ਦੇ ਵਿੱਚ ਪਹੁੰਚ ਗਏ ਤੇ ਆ ਕੇ ਸੋਭਨੀਕ ਹੋ ਰਹੇ ਹਨ। ਜਿਵੇਂ ਕਹਿੰਦੇ ਸੋਨੇ ਦੇ ਵਿੱਚ ਰਤਨ ਜੜਿਆ ਹੋਇਆ ਸੋਭਦਾ ਹੈ, ਬਰਾਤ ਵੀ ਸੋਨੇ ਦੀ ਤਰ੍ਹਾਂ ਸਜੀ ਹੋਈ ਆ, ਸਾਰੇ ਬੇਦੀਆਂ ਦੀ ਬਰਾਤ, ਤਾਂ ਵਿੱਚ ਜਿਵੇਂ ਮਾਣਕ ਜੜਿਆ ਹੁੰਦਾ ਹੈ, ਇਸ ਤਰ੍ਹਾਂ ਸਤਿਗੁਰੂ ਜੀ ਸੋਭ ਰਹੇ ਹਨ। ਸੱਜ ਰਹੀ ਹੈ ਬੇਦੀ ਪਰਿਵਾਰ ਦੀ ਸਭਾ, ਇਹ ਬਰਾਤ। ਇੰਦਰ ਦੇਵਤਾ ਵੀ ਕਹਿੰਦੇ ਸ਼ਰਮਿੰਦਾ ਹੋ ਰਿਹਾ ਬੇਦੀਆਂ ਦੀ ਬਰਾਤ ਨੂੰ ਵੇਖ ਕੇ। ਉਹ ਕਹਿੰਦਾ ਇੰਨੀ ਸੋਭਾ ਤੇ ਮੇਰੇ ਸਵਰਗ ਦੀ ਵੀ ਨਹੀਂ ਹੈ, ਮੇਰੇ ਇੰਦਰਲੋਕ ਦੀ ਵੀ ਇੰਨੀ ਸੋਭਾ ਨਹੀਂ ਹੈ ਜਿੰਨੀ ਸੋਭਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਰਾਤ ਦੀ ਹੋ ਰਹੀ ਹੈ।
ਬਰਾਤ ਦੇ ਵਿੱਚ ਜਗਤ ਗੁਰੂ ਜੀ ਸੋਭਾ ਪਾ ਰਹੇ ਹਨ ਤੇ ਬਰਾਤ ਵੀ ਮਹਾਰਾਜ ਸਾਹਿਬ ਜੀ ਦੇ ਨਾਲ ਸ਼ੋਭ ਰਹੀ ਹੈ। ਤੋ ਇਸ ਪ੍ਰਕਾਰ ਕਹਿੰਦੇ ਹਨ। ਫਿਰ ਉੱਥੇ ਕੁਝ ਸਾਧ ਸੰਗਤ ਜੀ ਲਾਗ ਲੈਣ ਵਾਲੇ ਆ ਗਏ ਬਰਾਤ ਦੇ ਵਿੱਚ। ਕਈ ਤਰ੍ਹਾਂ ਦੇ ਲੋਕ ਹਨ, ਭਾਵੇਂ ਉਹ ਗੁਰਮਤਿ ਦੀ ਮਰਿਆਦਾ ਨਹੀਂ, ਪਰ ਉਸ ਮੌਕੇ ਤੇ ਵਿਆਹ ਦੇ ਮੌਕੇ ਤੇ ਕਈ ਤਰ੍ਹਾਂ ਦੇ ਆ ਜਾਂਦੇ, ਭੰਡ ਆ ਜਾਂਦੇ, ਭੱਟ ਆ ਜਾਂਦੇ। ਇਸੇ ਪ੍ਰਕਾਰ ਹੋਰ ਬਾਕੀ ਉਹ ਨੱਚਣ ਗਾਉਣ ਵਾਲੇ ਜਿਨ੍ਹਾਂ ਦਾ ਕੰਮ ਹੀ ਹੈ ਵੀ ਖੁਸ਼ੀ ਦਾ ਮੌਕਾ ਹੋਵੇ ਤੇ ਉਹ ਆ ਕਰਕੇ ਆਪਣਾ ਡਮਰੂ ਖੜਕਾ ਹੀ ਦਿੰਦੇ ਆ। ਤਾਂ ਉਹਨਾਂ ਨੇ ਆ ਕਰਕੇ ਆਪਣੇ ਤਰੀਕੇ ਦੇ ਨਾਲ ਫਿਰ ਲਾਗ ਮੰਗਿਆ ਤੇ ਸਾਰੇ ਬਰਾਤੀਆਂ ਨੇ ਜਦੋਂ ਉਹਨਾਂ ਦਾ ਵੇਖਿਆ ਇਹ ਪ੍ਰੋਗਰਾਮ, ਕਹਿੰਦੇ ਵੀ ਵਿਸਰੇ ਦੇਸ਼ਨ ਕਾਲ, ਸਾਰਿਆਂ ਨੂੰ ਦੇਸ਼ ਕਾਲ ਹੀ ਭੁੱਲ ਗਿਆ, ਕਿਉਂਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਖੁਸ਼ੀ ਦੇ ਉਹ ਸਾਰਾ ਮਾਹੌਲ ਬਣਾਇਆ ਹੈ। ਜਿੰਨੀ ਵੀ ਸਭਾ ਸੀ ਸਾਰਿਆਂ ਨੂੰ ਦੇਸ਼ ਕਾਲ ਭੁੱਲ ਗਿਆ ਹੈ। ਤੇ ਕਈਆਂ ਨੇ ਉੱਥੇ ਇਸ ਤਰ੍ਹਾਂ ਦੀਆਂ ਸਾਧ ਸੰਗਤ ਜੀ ਸੋ ਇਸ ਤਰ੍ਹਾਂ ਦੇ ਬੋਲ ਬੋਲੇ ਹਨ ਕਿ ਉਹਨਾਂ ਨੂੰ ਸੁਣ ਕਰਕੇ ਗੁਰੂ ਸਾਹਿਬ ਸੁੱਖਾਂ ਦੇ ਦਾਤੇ ਵੀ ਮੁਸਕਰਾ ਪਏ ਹਨ। ਜਿਵੇਂ ਉਹ ਭੰਡ ਵਾ, ਨਾਲੇ ਉਹ ਇੱਕ ਦੂਜੇ ਦੇ ਨਾਲ ਗੱਲਾਂ ਹੀ ਕਰਦੇ ਹੁੰਦੇ ਆ ਤੇ ਨਾਲੇ ਉਹ ਫੜਾ ਛੱਡੀ ਜਾਂਦੇ ਹੁੰਦੇ ਤਰਪੈਲ ਜੀ, ਤੇ ਉਹ ਹਸਾ ਦਿੰਦੇ ਆ ਹਰ ਇੱਕ ਨੂੰ। ਉਹਨਾਂ ਕੋਲੇ ਧਾਰਮਿਕ ਗੀਤ ਵੀ ਹੁੰਦੇ ਆ, ਉਹ ਜਦੋਂ ਕਿਤੇ ਉਹ ਲਾ ਲੈਂਦੇ ਹਿਸਾਬ ਕਿਤਾਬ ਜਿਹਾ ਵੀ ਜਦੋਂ ਗੁਰਸਿੱਖਾਂ ਦਾ ਘਰ ਹੋਵੇ ਉੱਥੇ ਆ ਕਰਕੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਜਸ ਦਾ ਗੀਤ ਫਿਰ ਗਾ ਦਿੰਦੇ ਆ। ਉੱਥੇ ਉਹ ਭਾਈ ਮਰਦਾਨਾ ਜੀ ਦੇ ਕੋਈ ਇਸ ਤਰ੍ਹਾਂ ਦੇ ਉਹ ਗੀਤ ਉਹਨਾਂ ਨੇ ਜਿਹੜੇ ਬਣਾਏ ਹੁੰਦੇ ਉਹ ਗਾ ਦਿੰਦੇ। ਫਿਰ ਇਹੋ ਜਿਹੀਆਂ ਗੱਲਾਂ ਬਾਤਾਂ ਉਸ ਵਿੱਚ ਕਰਦੇ ਆ ਤੇ ਬੜਾ ਹਸਾਉਂਦੇ ਆ ਉਹ। ਤਾਂ ਉਹਨਾਂ ਨੂੰ ਸੁਣ ਕਰਕੇ ਮੁਸਕਾਨੇ ਸੁਖਦਾਨ ਹੇਰ ਦਿਨ ਬਿਧ ਤਵੈ, ਸੁੱਖਾਂ ਦੇ ਦਾਤੇ ਸਤਿਗੁਰੂ ਜੀ ਵੀ ਹੱਸਣ ਲੱਗ ਪਏ ਵੇਖ ਕਰਕੇ ਉਹਨਾਂ ਦੀ ਵਿਧੀ। ਪਰ ਮਹਾਰਾਜ ਸਾਹਿਬ ਤਾਂ ਇਹ ਸਾਰੇ ਜਗਤ ਨੂੰ ਪ੍ਰਪੰਚ ਨੂੰ ਜਾਣਦੇ ਆ ਕਿ ਇਹ ਇੱਕ ਇੰਦਰਜਾਲ ਹੀ ਆ, ਵੀ ਇਹ ਸੰਸਾਰ ਦੇ ਰੰਗ ਤਮਾਸ਼ੇ ਜਿਹੜੇ ਇਹ ਨਾਸਵਾਨ, ਇਹਨਾਂ ਵਿੱਚ ਸਤਿਗੁਰੂ ਜੀ ਦਾ ਮਨ ਖੁੱਭਦਾ ਨਹੀਂ ਹੈ। ਮਹਾਰਾਜ ਸਾਹਿਬ ਨੇ ਤਾਂ ਸੰਸਾਰ ਨੂੰ ਇਹ ਨਾਸਵਾਨ ਇੰਦਰਜਾਲ ਪ੍ਰਪੰਚ ਨੂੰ ਇਹ ਮਿਥਿਆ ਜਾਣ ਕਰਕੇ ਤੇ ਸਦਾ ਹੀ ਮਹਾਰਾਜ ਸਾਹਿਬ ਜੀ ਇਹਦੇ ਤੋਂ ਅਸੰਗ ਰਹਿੰਦੇ, ਨਿਰਲੇਪ ਰਹਿੰਦੇ ਹਨ। ਉਹਨਾਂ ਸਾਰਿਆਂ ਨੂੰ ਜਿੰਨਿਆਂ ਨੇ ਆ ਕਰਕੇ ਜੋ ਕੁਝ ਵੀ ਸਾਧ ਸੰਗਤ ਜੀ ਜਿਸ ਤਰੀਕੇ ਦੇ ਨਾਲ ਲਾਗ ਮੰਗਿਆ ਹੈ, ਵਧਾਈ ਦਿੱਤੀ ਹੈ, ਉਹਨਾਂ ਸਾਰਿਆਂ ਨੂੰ ਮਹਾਰਾਜ ਸਾਹਿਬ ਸੁੱਖਾਂ ਦੇ ਦਾਤੇ ਨੇ ਬਹੁਤਾ ਧਨ ਦਿੱਤਾ ਹੈ। ਪਰ ਬੇਦੀ ਕੁਲ ਦੇ ਜੋ ਚੰਦਰਮਾ ਰੂਪੀ ਪ੍ਰਕਾਸ਼ਮਾਨ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮੁਕਤੀ ਦੇ ਦਾਤੇ, ਉਹ ਤਾਂ ਬ੍ਰਹਮਾਨੰਦ ਵਿੱਚ ਲੀਨ ਰਹਿੰਦੇ ਆ। ਆਨੰਦ ਕਈ ਤਰ੍ਹਾਂ ਦੇ ਆ ਸਾਧ ਸੰਗਤ ਜੀ। ਸੰਸਾਰ ਦੇ ਲੋਕ ਆਪਾਂ ਵੀ ਆਨੰਦ ਕਹਿੰਦੇ ਹਾਂ, ਆਪਾਂ ਤਾਂ ਪ੍ਰਸ਼ਾਦਾ ਪਾਣੀ ਛਕ ਲਈਏ ਤੇ ਤਾਂ ਕਹਿ ਦਈਦਾ ਵੀ ਆਨੰਦ ਹੋ ਗਿਆ ਜੀ। ਕੁਝ ਪੀ ਕੇ ਕਹਿ ਦਿੰਦੇ ਸੰਸਾਰ ਦੇ ਲੋਕ ਵੀ ਆਨੰਦ ਆ ਗਿਆ ਜੀ, ਕੁਝ ਛਕ ਕੇ ਕਹਿ ਦਿੰਦੇ ਵੀ ਆਨੰਦ ਆ ਗਿਆ ਜੀ, ਕੋਈ ਪਾ ਕੇ ਬਸਤਰ ਕਹਿ ਦਿੰਦੇ ਆਨੰਦ ਆ ਗਿਆ। ਸੰਸਾਰ ਦਾ ਆਨੰਦ ਤੇ ਖਾਣ ਪੀਣ ਪਹਿਨਣ ਭੋਗਣ ਦੀ ਕੀ ਸੀਮਤ ਹੈ। ਤਾਂ ਇਸ ਨੂੰ ਇਹ ਆਨੰਦ ਨੂੰ ਮਹਾਂਪੁਰਖਾਂ ਨੇ ਗਿਆਨਵਾਨਾਂ ਨੇ ਇਸ ਤਰ੍ਹਾਂ ਆਖਿਆ ਹੈ ਵੀ ਵਿਸ਼ਿਆ ਆਨੰਦ ਸੰਸਾਰ ਹੈ। ਸੰਸਾਰ ਜਿਹੜਾ ਇਹ ਵਿਸ਼ਿਆਂ ਦੇ ਆਨੰਦ ਵਿੱਚ ਹੀ ਮਸਤ ਹੈ ਤੇ ਵਿਸ਼ਿਆਂ ਨੂੰ ਹੀ ਇਹਨੇ ਆਨੰਦ ਸਮਝਿਆ ਹੋਇਆ। ਤੇ ਵਿਸ਼ੇ ਕੀ ਹੁੰਦੇ ਸਾਧ ਸੰਗਤ ਜੀ? ਜਿੰਨੇ ਸਾਡੇ ਇੰਦਰੀਏ ਹਨ, ਇਹਨਾਂ ਇੰਦਰੀਆਂ ਦੇ ਰਸਾਂ ਨੂੰ ਵਿਸ਼ੇ ਆਖਿਆ ਜਾਂਦਾ। ਵਿਸ਼ੇ ਵਕਾਰ, ਹਰੇਕ ਇੰਦਰੀਏ ਦਾ ਆਪਣਾ ਆਪਣਾ ਵਿਸ਼ਾ ਹੈ। ਅੱਖਾਂ ਦਾ ਵਿਸ਼ਾ ਵੇਖਣਾ ਹੈ, ਇਹ ਰੰਗ ਰੂਪ ਜੇ ਵੇਖ ਕੇ ਜਾਂ ਤਸਵੀਰਾਂ ਜੀਆਂ ਵੇਖ ਕੇ, ਫੋਟੋਆਂ ਮੂਵੀਆਂ ਵੇਖ ਕੇ ਹੀ ਬੰਦਾ ਆਨੰਦ ਜਿਹਾ ਮੰਨੀ ਜਾਂਦਾ ਉਹਦੇ ਵਿੱਚ ਹੀ। ਉਂਝ ਨਾ ਮਹਾਂਪੁਰਖਾਂ ਦਾ ਐਸਾ ਕਥਨ ਹੈ ਗੁਰਮੁਖਾਂ ਦਾ ਕਿ ਜਿਹੜਾ ਪਤੰਗਾ ਵਾ ਉਹ ਤਾਂ ਅਸਲੀ ਲਾਟ ਉੱਤੇ ਜਾ ਕੇ ਸੜਦਾ ਵਾ। ਅਸਲੀ ਲਾਟ ਤੇ ਉਹਦੇ ਸਾਹਮਣੇ ਜੇ ਫੋਟੋ ਬਣਾ ਦਈਏ ਨਾ ਦੀਵੇ ਦੀ, ਤੇ ਪਤੰਗਾ ਦੀਵੇ ਦੀ ਫੋਟੋ ਤੇ ਆ ਕੇ ਨਹੀਂ ਗਾ ਉਹ ਸੜਦਾ, ਉੱਥੇ ਨਹੀਂ ਆ ਕੇ ਬਹਿੰਦਾ। ਅਸਲੀ ਦੀਵਾ ਬਲਦਾ ਹੋਵੇਗਾ ਤੇ ਉਹਦੇ ਉੱਤੇ ਆ ਕੇ ਪਤੰਗਾ ਜਿਹੜਾ ਵਾ ਉਹਦੀਆਂ ਪ੍ਰਕਰਮਾਂ ਵੀ ਕਰਦਾ ਵਾ, ਆਲੇ ਦੁਆਲੇ ਘੁੰਮਦਾ ਵੀ ਤੇ ਉਹਦੇ ਤੇ ਸੜ ਜਾਂਦਾ। ਪਰ ਕਹਿੰਦੇ ਬੰਦਾ ਜਿਹੜਾ ਇਹ ਤਾਂ ਨਕਲੀ ਲਾਟ ਤੇ ਹੀ ਸੜੀ ਜਾਂਦਾ। ਹੁਣ ਤਸਵੀਰਾਂ ਨਕਲੀ ਲਾਟ ਹੀ ਆ, ਮੂਵੀਆਂ ਨਕਲੀ ਲਾਟ ਹੀ ਆ। ਹਾਂ, ਫੋਨ ਦੇ ਵਿੱਚ ਸਾਰੀ ਸਾਰੀ ਦਿਹਾੜੀ ਬੰਦਾ ਵੇਖ ਵੇਖ ਕੇ ਸੜੀ ਜਾਂਦਾ, ਖਤਮ ਹੋਈ ਜਾਂਦਾ। ਇਹ ਇਹਨਾਂ ਨੂੰ ਵਿਸ਼ੇ ਆਖਿਆ, ਇਹ ਅੱਖਾਂ ਦਾ ਵਿਸ਼ਾ।
ਅੱਖਾਂ ਦਾ ਵਿਸ਼ਾ ਹੈ, ਕੰਨਾਂ ਦਾ ਵਿਸ਼ਾ ਹੈ, ਨਾਸਕਾਂ ਦਾ ਵਿਸ਼ਾ ਹੈ, ਰਸਨਾ ਦਾ ਵਿਸ਼ਾ ਹੈ, ਚਮੜੀ ਦਾ ਸਪਰਸ਼ ਦਾ ਵਿਸ਼ਾ। ਇਹ ਸੰਸਾਰ ਦੇ ਇਹ ਵਿਸ਼ੇ, ਇਸੇ ਰਸ ਵਿੱਚ ਹੀ ਸੰਸਾਰ ਮਸਤ ਹੈ। ਵਿਸ਼ਿਆ ਰਸ ਸੰਸਾਰ ਹੈ ਵੀ ਖਾ ਲੈਣਾ ਤੇ ਬਸ ਇਹਦੇ 'ਚ ਹੀ ਆਨੰਦ ਆ ਗਿਆ ਜੀ, ਕੁਝ ਵੇਖ ਲੈਣਾ ਤੇ ਇਹਦੇ 'ਚ ਆਨੰਦ ਹੈ, ਕੁਝ ਸੁਣ ਲਿਆ ਉਹਦੇ 'ਚ ਕਹਿੰਦਾ ਆਨੰਦ ਹੈ ਜੀ, ਕੁਝ ਸੁੰਘ ਲਿਆ ਉਹਦੇ 'ਚ ਕਹਿੰਦਾ ਆਨੰਦ ਹੈ ਵੀ ਚੰਗਾ, ਸੁਗੰਧੀ ਜੀ ਲਾ ਲਈ, ਸੈਂਟ ਸੁੰਟ ਜਿਹਾ ਪਾ ਲਿਆ ਉਹਦੇ 'ਚ ਕਹਿੰਦਾ ਵੀ ਬਸ ਆਨੰਦ ਆ ਗਿਆ। ਇਹਨੂੰ ਆਖਿਆ ਵੀ ਇਹ ਸਿਰਫ ਸਰੀਰ ਦੇ ਵਿਸ਼ਿਆਂ ਦੇ ਆਨੰਦ ਤੀਕ ਹੀ ਸੀਮਤ ਹੈ, ਅਸਲ ਵਿੱਚ ਇਹ ਆਨੰਦ ਹੈ ਨਹੀਂ, ਇਹ ਥੋੜ੍ਹੇ ਜਿਹੇ ਸਮੇਂ ਵਾਸਤੇ ਵਿਸ਼ੇ ਆ। ਵਿਸ਼ਿਆ ਆਨੰਦ ਸੰਸਾਰ ਹੈ, ਇਹ ਭੋਗਾਂ ਦਾ ਆਨੰਦ ਹੈ। ਤੇ ਭਜਨਾ ਆਨੰਦ ਹਰ ਦਾਸ, ਜਿਹੜੇ ਵਾਹਿਗੁਰੂ ਦੇ ਦਾਸ ਵਾ ਉਹ ਭਜਨ ਦਾ ਆਨੰਦ ਲੈਂਦੇ ਆ। ਉਹ ਇਹ ਵਿਸ਼ੇ ਦੇ ਰਸਾਂ ਤੋਂ ਉੱਪਰ ਉੱਠ ਕਰਕੇ ਭਜਨ ਕਰਦੇ ਆ, ਬਾਣੀ ਪੜ੍ਹਦੇ, ਨਾਮ ਜਪਦੇ ਆ, ਉਹ ਇੰਦਰੀਆਂ ਦੇ ਰਸਾਂ ਤੋਂ ਉੱਪਰ ਹੋ ਜਾਂਦੇ, ਉਹ ਭਜਨ ਦਾ ਰਸ ਲੈਂਦੇ, ਸਿਮਰਨ ਦਾ ਰਸ ਲੈਂਦੇ, ਉਹਨਾਂ ਨੂੰ ਭਜਨ ਦਾ ਆਨੰਦ ਪ੍ਰਾਪਤ ਹੁੰਦਾ। ਤੇ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਵਾ ਉਹ ਅੱਗੇ ਚਲੇ ਜਾਂਦੇ, ਉਹਨਾਂ ਦੀ ਅਵਸਥਾ ਇਦੋਂ ਵੀ ਅੱਗੇ ਚਲੇ ਜਾਂਦੀ। ਉਹ ਫਿਰ ਬ੍ਰਹਮਾਨੰਦ, ਜਿਹੜਾ ਬ੍ਰਹਮ ਸਾਰੇ ਵਿਆਪਕ ਹਨ, ਉਸ ਆਨੰਦ ਵਿੱਚ ਜਿਹੜਾ ਸਮੁੰਦਰ ਦੀ ਤਰ੍ਹਾਂ, ਉਹਦੇ ਅੱਗੇ ਤਾਂ ਸਮੁੰਦਰ ਵੀ ਛੋਟਾ ਹੈ, ਜਿਹੜਾ ਸਰਬ ਵਿਆਪਕ ਆ ਉਹ ਸਰਬ ਵਿਆਪਕ ਦੇ ਵਿਆਪਕਤਾ ਦੇ ਵਿੱਚ ਹੀ ਉਹ ਲੀਨ ਹੋ ਜਾਂਦੇ ਤੇ ਉਹਦਾ ਆਨੰਦ ਲੈਂਦੇ। ਬ੍ਰਹਮ ਗਿਆਨੀ ਉਹ ਬ੍ਰਹਮਾਨੰਦ ਦੇ ਵਿੱਚ ਲੀਨ ਰਹਿੰਦਾ। ਉਹ ਜਿਹਦੀ ਅਵਸਥਾ ਹੈ ਪ੍ਰਪੱਕ ਹੋ ਗਈ, ਅਡੋਲ ਹੋ ਗਿਆ, ਜੁੜ ਗਿਆ, ਉਹਨੂੰ ਸੰਸਾਰ ਦੇ ਵਿਸ਼ੇ ਡੁਲਾ ਨਹੀਂ ਸਕਦੇ। ਪਰ ਉਹ ਕੋਈ, ਜਿਸ ਨੂੰ ਮਹਾਰਾਜ ਨੇ ਆਖਿਆ ਨਾ ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ, ਉਹ ਬ੍ਰਹਮਾਨੰਦ ਹੈ। ਨਹੀਂ ਤੇ ਸੰਸਾਰ ਦਾ ਜੀਵ ਜਿਹੜਾ ਹਾਲੇ ਵਿੱਚ ਵਿਚਾਲੇ ਉਹ ਡੋਲ ਵੀ ਜਾਂਦਾ ਹੈ, ਕਈ ਵਾਰੀ ਇੱਧਰਲਾ ਰਸ ਛੱਡ ਕੇ ਦੂਜੇ ਰਸ ਵਿੱਚ, ਸੰਸਾਰੀ ਰਸ ਵਿੱਚ ਹੀ ਰੁੜ ਜਾਂਦਾ ਹੈ। ਪਰ ਜਿਸ ਨੇ ਇਸ ਰਸ ਨੂੰ ਮਾਣ ਲਿਆ, ਫਿਰ ਉਹਨੇ ਕਹਿ ਦਿੱਤਾ, ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਵੀ ਆ ਖਾਣ ਪੀਣ ਦੇ ਪਦਾਰਥਾਂ 'ਚ ਵੀ ਰਸ ਤਾਂ ਹੈ ਨਹੀਂ ਵੀ ਇਹ ਫਿੱਕੇ ਆ, ਹੈ ਵੀ ਮਿੱਠੇ ਆ, ਪਰ ਜਿੰਨਾ ਮਿੱਠਾ ਵਾਹਿਗੁਰੂ ਦਾ ਨਾਮ ਹੈ ਓਨੇ ਮਿੱਠੇ ਪਦਾਰਥ ਨਹੀਂ ਦੁਨੀਆ ਦੇ, ਓਨੀ ਮਿੱਠੀ ਮਠਿਆਈ ਨਹੀਂ, ਓਨਾ ਮਿੱਠਾ ਦੁੱਧ ਨਹੀਂ, ਓਨਾ ਮਿੱਠਾ ਸ਼ਹਿਦ ਨਹੀਂ, ਓਨੀ ਮਿੱਠੀ ਮਿਸ਼ਰੀ ਨਹੀਂ, ਓਨੀ ਮਿੱਠੀ ਸ਼ੱਕਰ ਨਹੀਂ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹੈ ਸਾਰੀਆਂ ਹੀ ਵਸਤੂਆਂ ਮਿੱਠੀਆਂ, ਪਰ ਰੱਬ ਤੇਰੇ ਨਾਮ ਦੀ ਮਿਠਾਸ ਦੇ ਬਰਾਬਰ ਨਹੀਂ ਕੋਈ ਵੀ ਮਿੱਠਾ ਪਦਾਰਥ ਪੁੱਜ ਸਕਦਾ। ਇਹ ਜਿਨ੍ਹਾਂ ਨੂੰ ਮਿਠਾਸ ਪ੍ਰਾਪਤ ਹੋਈ ਉਹਨਾਂ ਨੇ ਗੱਲ ਕੀਤੀ। ਤੇ ਸਤਿਗੁਰੂ ਜੀ ਤਾਂ ਉਹ ਆਪਣੇ ਬ੍ਰਹਮਾਨੰਦ ਦੇ ਵਿੱਚ ਲੀਨ ਰਹਿੰਦੇ, ਸਰਬ ਵਿਆਪਕ ਸਰੂਪ ਦੇ ਵਿੱਚ ਲੀਨ ਆ। ਕਹਿੰਦੇ ਬੇਦੀ ਚੰਦ ਮੁਕੰਦ ਸੋ ਬ੍ਰਹਮਾਨੰਦ ਹੈ। ਜੋ ਬੇਦੀ ਕੁਲ ਨੂੰ ਪ੍ਰਕਾਸ਼ ਕਰਨ ਵਾਲੇ ਆ, ਮੁਕਤੀ ਦਾਤੇ ਆ, ਉਹ ਸਰਬ ਵਿਆਪਕ ਆਪਣੇ ਆਨੰਦ ਦੇ ਵਿੱਚ, ਨਿਰਗੁਣ ਸਰੂਪ ਆਨੰਦ ਦੇ ਵਿੱਚ ਲੀਨ ਰਹਿੰਦੇ ਹਨ। ਇਸ ਤਰ੍ਹਾਂ 3 ਦਿਨ ਬਰਾਤ ਰਹੀ ਆ ਬਟਾਲੇ ਦੀ ਧਰਤੀ ਤੇ। 3 ਦਿਨ ਉੱਥੇ ਰਹਿਣਾ ਕੀਤਾ ਬਰਾਤ। ਪਹਿਲੇ ਦਿਨ ਪਹੁੰਚੇ ਆ, ਫਿਰ ਆਨੰਦ ਕਾਰਜ ਹੋਇਆ, ਫਿਰ ਅੱਗੇ ਹੋਰ 2 ਦਿਨ ਉੱਥੇ ਬਰਾਤ ਰਹੀ। ਤੇ ਬਾਬਾ ਮੂਲ ਚੰਦ ਜੀ ਨੇ ਸੇਵਾ ਕੀਤੀ ਹੈ ਪੂਰੀ। ਤੇ ਪਿਛਲੇ ਦਿਨਾਂ ਵਿੱਚ ਵੇਖੋ ਕਿੰਨਾ, ਇਹ ਤੇ ਹਫ਼ਤਾ ਹੀ ਪੂਰਾ ਲੱਗ ਗਿਆ ਨਾ। ਪਹਿਲੋਂ 3 ਰਾਤਾਂ ਇੱਥੇ ਜਾਂਦਿਆਂ ਵੀ ਸਹਿਜੇ ਸਹਿਜੇ ਹੀ ਗਏ। 2 ਜਿਹੜੀਆਂ ਰਾਤਾਂ ਵਾ ਉਹ ਰਾਹ ਦੇ ਵਿੱਚ ਰਹੇ, ਐਸਾ ਜ਼ਿਕਰ ਆਇਆ। 3 ਰਾਤਾਂ ਉੱਥੇ ਰਹੇ ਤੇ ਫਿਰ ਆਉਂਦਿਆਂ ਵੀ ਇੰਨਾ ਸਮਾਂ ਹੀ ਲੱਗਣਾ। ਤੇ ਹਫ਼ਤਾ ਬੰਨੇ, ਹਫ਼ਤਾ ਲੱਗ ਗਿਆ ਬਰਾਤ ਜਾਂਦਿਆਂ ਆਉਂਦਿਆਂ ਤੇ ਆਨੰਦ ਕਾਰਜ ਹੁੰਦਿਆਂ। ਇਸ ਤਰ੍ਹਾਂ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਵਿਆਹ। ਇਹ ਸੀ ਸਾਧ ਸੰਗਤ ਜੀ ਸਾਡਾ, ਇਹਨੂੰ ਕਿਹਾ ਜਾ ਸਕਦਾ ਹੈ ਕਿ ਜੋ ਮਹਾਰਾਜ ਸਾਹਿਬ ਜੀ ਦੇ ਸਮੇਂ ਦੀ ਰੋਹ ਰੀਤੀ, ਜੋ ਮਰਿਆਦਾ, ਇੰਨਾ ਸਮਾਂ ਲੱਗਾ। ਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਤਾਂ 2 ਘੰਟਿਆਂ 'ਚ ਵਿਆਹ ਕਰਕੇ ਤੇ ਵਿਹਲੇ ਹੋ ਜਾਂਦੇ। ਘਰ ਦੇ ਵਿੱਚ ਕੋਈ ਨਾ ਸੱਦਦਾ ਨਾ ਜਾਂਦੇ, ਬਾਹਰੋਂ ਬਾਹਰ ਹੀ। ਹੁਣ ਰਿਵਾਜ ਹੀ ਇਸ ਤਰ੍ਹਾਂ ਦਾ ਪੈਦਾ ਹੋਇਆ। ਤਾਂ ਇੰਨੇ ਦਿਨ ਲੱਗੇ। ਕਹਿੰਦੇ ਦਿਵਸ 3 ਅਸਰੀਤ ਬਰਾਤ ਸੁਹਾਵਣੀ, ਸੋਭਣੀਕ ਬਰਾਤ 3 ਦਿਨ ਰਹੀ ਆ ਬਟਾਲੇ ਦੀ ਧਰਤੀ ਤੇ। ਕਹਿੰਦੇ ਇਸ ਤਰ੍ਹਾਂ ਰਹੀ ਹੈ। ਤੇ ਜਿਵੇਂ ਕਥਾ ਕਹੀਏ ਪਿੱਛੇ ਪਵਿੱਤਰ
ਆਦਿ ਦੇ ਵਿੱਚ ਇਹ ਪਵਿੱਤਰ ਪਾਵਨ ਜਿਹੜੀ ਕਥਾ ਉਹ ਕਥਨ ਕੀਤੀ ਹੈ, ਜਿਵੇਂ ਬਰਾਤ ਉੱਥੇ ਰਹੀ ਹੈ। ਫਿਰ ਬਾਬਾ ਮੂਲ ਚੰਦ ਜੀ ਨੇ ਆਪਣੇ ਆਦਮੀ ਨੂੰ ਭੇਜਿਆ ਹੈ ਤੇ ਉਹ ਬਰਾਤ ਨੂੰ ਬੁਲਾਉਣ ਵਾਸਤੇ ਆਇਆ, ਭਾਵ ਗੁਰੂ ਸਾਹਿਬ ਜੀ ਨੂੰ ਵੀ ਬੁਲਾਉਣ ਵਾਸਤੇ ਆਇਆ ਹੈ। ਕਾਹਦੇ ਵਾਸਤੇ? ਕਿ ਹੁਣ ਵਿਦਾਇਗੀ ਦੇਣ ਵਾਸਤੇ। ਹੁਣ ਇੱਧਰੋਂ ਬਰਾਤੀਆਂ ਨੇ ਵੀ ਆਖਿਆ ਵੀ ਸਾਨੂੰ ਹੁਣ ਵਿਦਾਇਗੀ ਦਿਓ ਤੇ ਹੁਣ ਅਸੀਂ ਜਾਈਏ ਵਾਪਸ। ਬਾਬਾ ਪਰਮਾਨੰਦ ਜੀ ਨੇ, ਬਾਬਾ ਮਹਿਤਾ ਕਲਿਆਣ ਚੰਦ ਜੀ ਨੇ ਆਖਿਆ, ਤਾਂ ਇਸ ਕਰਕੇ ਉਹਨਾਂ ਨੇ ਫਿਰ ਸਾਰੀ ਤਿਆਰੀ ਕਰਕੇ ਤੇ ਘਰ ਦੇ ਵਿੱਚ ਹੁਣ ਵਿਦਾਇਗੀ ਦੇਣੀ ਹੈ। ਮਾਤਾ ਸੁਲੱਖਣੀ ਜੀ ਦਾ ਡੋਲਾ ਤੋਰਨਾ ਹੈ। ਇਸ ਕਰਕੇ ਕਹਿੰਦੇ ਵੀ ਗਮਨੇ ਲੈਣ ਵਿਦਾਇ। ਹੁਣ ਬਰਾਤੀ ਚੱਲੇ ਆ ਵਿਦਾਇਗੀ ਲੈਣ ਵਾਸਤੇ ਤੇ ਹਿਰਦੇ ਦੇ ਵਿੱਚ ਉਤਸ਼ਾਹ ਹੈ। ਹਿਰਦਾ ਜਿਹੜਾ ਉਹ ਉਮਗਾਇਆ ਹੋਇਆ ਉਤਸ਼ਾਹ ਦੇ ਸਹਿਤ ਹੋ ਰਿਹਾ ਹੈ। ਤੇ ਇਸੇ ਤਰ੍ਹਾਂ ਜੋ ਮੁਖੀ ਹਨ ਬਰਾਤ ਦੇ ਵਿੱਚ ਉਹ ਹਨ ਮਹਾਰਾਜ ਦੇ ਪਿਤਾ ਜੀ, ਚਾਚਾ ਜੀ, ਤੇ ਇਸੇ ਤਰ੍ਹਾਂ ਬੇਬੇ ਨਾਨਕੀ ਜੀ ਦੇ ਸਤਿਕਾਰਯੋਗ ਸਹੁਰਾ ਸਾਹਿਬ ਜੀ, ਬਾਬਾ ਕਾਲੂ ਜੀ, ਚਾਚਾ ਲਾਲੂ ਜੀ ਆਦਿਕ ਹੋਰ ਵੀ ਬੇਦੀ, ਤੇ ਬਾਬਾ ਪਰਮਾਨੰਦ ਜੀ ਜੋ ਹਨ। ਇਹ ਸਾਰੇ ਹੀ ਸਤਿਕਾਰਯੋਗ ਹਸਤੀਆਂ ਬਾਬਾ ਮੂਲ ਚੰਦ ਜੀ ਦੇ ਘਰੇ ਗਏ ਆ ਤੇ ਮਹਾਰਾਜ ਸਾਹਿਬ ਜੀ ਦੇ ਨਾਲ ਜਗਤ ਗੁਰੂ ਜੀ ਵੀ ਹਾਣੀਆਂ ਦੇ ਨਾਲ ਪਹੁੰਚ ਗਏ ਆ। ਤਾਂ ਉਸ ਵੇਲੇ ਫਿਰ ਮਿਲੇ ਆ ਆਨੰਦ ਦੇ ਸਹਿਤ ਬਾਬਾ ਮੂਲ ਚੰਦ ਜੀ ਦੇ ਘਰੇ ਜਾ ਕਰਕੇ। ਹੁਣ ਆਪਣੀ ਸੁਪੁੱਤਰੀ ਮਾਤਾ ਸੁਲੱਖਣੀ ਜੀ ਦਾ ਡੋਲਾ ਤੋਰਨ ਲੱਗੇ। ਮਾਤਾ ਸੁਲੱਖਣੀ ਜੀ ਨੂੰ ਵਿਦਾਇਗੀ ਦੇਣ ਲੱਗੇ ਉਹਨਾਂ ਦੇ ਮਾਪੇ, ਸਤਿਕਾਰਯੋਗ ਪਿਤਾ ਬਾਬਾ ਮੂਲ ਚੰਦ ਜੀ ਤੇ ਸਤਿਕਾਰਯੋਗ ਮਾਤਾ ਚੰਦੋ ਰਾਣੀ ਜੀ। ਮਾਤਾ ਸੁਲੱਖਣੀ ਜੀ ਦੇ ਮਾਤਾ ਜੀ ਦਾ ਨਾਮ ਹੈ ਮਾਤਾ ਚੰਦੋ ਰਾਣੀ ਜੀ, ਜੋ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਸੱਸ ਮਾਤਾ ਜੀ ਹਨ। ਤੇ ਸਹੁਰਾ ਜੀ ਬਾਬਾ ਮੂਲ ਚੰਦ ਜੀ। ਉਹਨਾਂ ਨੇ ਕੀ ਕੀ ਦਿੱਤਾ ਹੈ ਉਹਦਾ ਜ਼ਿਕਰ ਆ ਰਿਹਾ। ਆਪਣੀ ਧੀ ਨੂੰ ਕੀ ਕੀ ਦਿੱਤਾ ਉਸ ਵੇਲੇ ਵਸਤੂਆਂ? ਭਾਂਜਨ ਭਾਂਡੇ ਦਿੱਤੇ, ਭੂਖਣ ਗਹਿਣੇ ਦਿੱਤੇ, ਚੀਰ ਕੱਪੜੇ ਦਿੱਤੇ ਆ, ਪਟੰਬਰ ਰੇਸ਼ਮੀ ਬਸਤਰ ਦਿੱਤੇ ਹਨ। ਪਸ਼ਮੀਨੇ ਦੇ ਬੜੇ ਸੋਹਣੇ ਸੋਹਣੇ ਬਸਤਰ ਆਪਣੀ ਧੀ ਨੂੰ ਦਿੱਤੇ ਤੇ ਜਗਤ ਗੁਰੂ ਜੀ ਨੂੰ ਦਿੱਤੇ ਹਨ, ਜੋ ਪਸ਼ਮੀਨੇ ਦੇ ਸੋਹਣੇ ਬਸਤਰ ਹਨ ਭਾਰੀ ਗਿਣਤੀ ਵਿੱਚ। ਘੋੜੇ ਵੀ ਦਿੱਤੇ ਆ। ਬਾਜਨ ਨਾਮ ਹੈ ਘੋੜਿਆਂ ਦਾ, ਤੇ ਘੋੜੇ ਸਾਜ ਨਵੀਨ, ਉਹ ਨਵੇਂ ਸਾਜ ਦੇ ਨਾਲ ਸਜੇ ਹੋਏ ਆ ਘੋੜੇ। ਸਾਜ ਘੋੜੇ ਦਾ ਹੁੰਦਾ ਵਾ, ਜਿਹੜਾ ਘੋੜੇ ਦੇ ਉੱਤੇ ਜੋ ਕੁਝ ਪਾਇਆ ਜਾਂਦਾ ਉਹ ਘੋੜੇ ਦਾ ਸਾਜ ਹੁੰਦਾ। ਸਾਧ ਸੰਗਤ ਜਿਵੇਂ ਉਹਦੇ ਉੱਤੇ ਇਸੇ ਤਰ੍ਹਾਂ ਰਕਾਬਾਂ ਪਾਈਆਂ ਜਾਂਦੀਆਂ ਵਾ, ਜਿਵੇਂ ਕਾਠੀ ਪਾਈ ਜਾਂਦੀ ਹੈ, ਸਾਰਾ ਸਾਜੋ ਸਮਾਨ। ਫਿਰ ਉੱਤੋਂ ਦੀ ਇੱਕ ਪਟਾ ਜਿਹੜਾ ਪਾ ਕਰਕੇ ਲੱਕ ਨੂੰ ਕਮਰ ਕਸਾ ਲਾਇਆ ਜਾਂਦਾ, ਬੰਨਿਆ ਜਾਂਦਾ ਘੋੜੇ ਨੂੰ, ਸਾਰਾ ਸਾਜ, ਉਹਨੂੰ ਸਾਜ ਆਖਿਆ ਜਾਂਦਾ। ਉਹਦੇ ਨਾਲ ਫਿਰ ਘੋੜਾ ਸੱਜ ਜਾਂਦਾ ਤੇ ਨਵੇਂ ਸਾਜ ਦੇ ਨਾਲ ਘੋੜੇ ਨੂੰ ਸਜਾਇਆ ਹੋਇਆ ਘੋੜੇ ਵੀ ਦਿੱਤੇ ਹਨ। ਤਾਂ ਇਸ ਤਰ੍ਹਾਂ ਕਹਿੰਦੇ ਬਹੁਤਾ ਜਿਹੜਾ ਇਹ ਦਾਜ ਦਿੱਤਾ ਹੈ ਬਾਬਾ ਮੂਲ ਚੰਦ ਜੀ ਨੇ। ਉਤੰਗ ਤੁਖਾਰੇ, ਉੱਚੇ ਉੱਚੇ ਊਠ ਵੀ ਦਿੱਤੇ ਹਨ। ਊਠ ਵੀ ਦਿੱਤੇ ਦਾਜ ਦੇ ਵਿੱਚ, ਕਿਉਂਕਿ ਊਠ ਉਹਨਾਂ ਦਿਨਾਂ ਵਿੱਚ ਗੱਡੇ ਅੱਗੇ ਜੋਏ ਜਾਂਦੇ ਸੀ। ਜਿੱਥੇ ਬਲਦ ਗੱਡਿਆਂ ਅੱਗੇ ਜੋਏ ਜਾਂਦੇ ਸੀ ਨਾ, ਜੁਪਦੇ ਸੀ, ਉੱਥੇ ਊਠ ਵੀ ਜੁਪਦੇ ਸਨ ਗੱਡਿਆਂ ਦੇ ਅੱਗੇ। ਪਿਛਲੇ ਸਮੇਂ ਵਿੱਚ ਫਿਰ ਊਠ ਵੀ ਜੋਇਆ ਕਰਦੇ ਸਨ, ਕਿਉਂਕਿ ਉਹ ਸਮਾਂ ਹੀ ਇਸ ਤਰ੍ਹਾਂ ਦਾ ਸੀ। ਅਸਵਾਰੀ ਵਾਸਤੇ ਘੋੜੇ ਘੋੜੀਆਂ ਤੇ ਸਾਧ ਸੰਗਤ ਜੀ ਗੱਡਿਆਂ ਵਾਸਤੇ ਬਲਦ ਤੇ ਊਠ, ਇਹ ਸਨ। ਤਾਂ ਇਹ ਸਾਰਾ ਜਿਹੜਾ ਹੈ ਇਹ ਦਾਜ ਦਿੱਤਾ ਹੈ। ਦਾਜ ਉਤਨਾ ਦੇਣਾ ਮਾੜਾ ਨਹੀਂ ਹੈ। ਮਾਤਾ ਪਿਤਾ ਆਪਣੀ ਖੁਸ਼ੀ ਦੇ ਨਾਲ ਆਪਣੀ ਧੀ ਨੂੰ ਜੋ ਕੁਝ ਮਰਜ਼ੀ ਦੇ ਸਕਦਾ ਹੈ। ਉਹਨਾਂ ਦੇ ਘਰੇ ਪੈਦਾ ਹੋਈ ਉਹਨਾਂ ਦੀ ਸੁਪੁੱਤਰੀ, ਜਿਨ੍ਹਾਂ ਨੇ ਪਾਲ ਪੋਸ ਕਰਕੇ ਵੱਡਾ ਕੀਤਾ ਹੈ, ਤੇ ਆਪਣੀ ਖੁਸ਼ੀ ਦੇ ਨਾਲ ਆਪਣੀ ਧੀ ਨੂੰ ਮਾਪੇ ਜੋ ਕੁਝ ਮਰਜ਼ੀ ਦੇਣਾ ਚਾਹੁਣ ਦੇ ਸਕਦੇ ਆ। ਦਾਜ ਕਲੰਕ ਉਦੋਂ ਬਣਿਆ ਹੈ ਜਦੋਂ ਲੜਕੇ ਪਰਿਵਾਰ ਵਾਲੇ ਮੰਗ ਕੇ ਲੈਂਦੇ ਵੀ ਆਹ ਕੁਝ ਲੈਣਾ।
ਉਸ ਨੂੰ ਮਨਾ ਕੀਤਾ, ਉਸ ਨੂੰ ਮਨਾ ਕੀਤਾ ਵੀ ਮੰਗ ਕੇ ਨਹੀਂ ਲੈਣਾ ਚਾਹੀਦਾ। ਜਦੋਂ ਮੰਗ ਕੇ ਲੈਂਦੇ ਆ ਵੀ ਐਡੀ ਵੱਡੀ ਆ ਗੱਡੀ ਚਾਹੀਦੀ ਆ ਜੀ, ਸ਼ਗਨ ਦੇ ਸਮੇਂ ਕਹਿੰਦੇ ਵੀ ਬੁਲਟ ਮੋਟਰਸਾਈਕਲ ਚਾਹੀਦਾ ਤੇ ਬਾਅਦ ਵਿੱਚ ਵੱਡੀ ਗੱਡੀ ਚਾਹੀਦੀ ਹੈ। ਉਹ ਫਿਰ ਮੰਗ ਕੇ ਜੋ ਕੁਝ ਲਿਆ ਜਾਂਦਾ ਵੀ ਜੇ ਗੱਡੀ ਨਹੀਂ ਦੇਣੀ ਤੇ ਕੋਈ ਨਹੀਂ, ਰੁਪਈਏ ਹੀ ਦੇ ਦਿਓ ਉਹਨੇ ਤੇ ਅਸੀਂ ਆਪੇ ਲੈ ਲਵਾਂਗੇ ਕਹਿੰਦੇ। ਉਹ ਫਿਰ ਇਹ ਕਲੰਕ ਬਣ ਗਿਆ। ਫਿਰ ਉਹ ਮਾਪੇ, ਲੜਕੀ ਦੇ ਧੀ ਦੇ ਮਾਪੇ, ਉਹ ਫਿਰ ਕਰਜ਼ਾ ਚੁੱਕ ਚੁੱਕ ਕੇ ਫਿਰ ਦਾਜ ਪੂਰਾ ਕਰਦੇ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਰਜ਼ਾਈ ਹੋ ਜਾਂਦੇ ਤੇ ਬਾਅਦ ਵਿੱਚ ਜਦੋਂ ਮੰਗ ਕੇ ਲਿਆ ਫਿਰ ਜ਼ਿਆਦਾ ਸਮਾਂ ਉਹ ਪ੍ਰੇਮ ਪਿਆਰ ਵੀ ਨਹੀਂ ਰਹਿੰਦਾ, ਫਿੱਕ ਪੈ ਜਾਂਦਾ। ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਤੇ ਜਿਹੜਾ ਮੰਗ ਕੇ ਲਿਆ ਤੇ ਫਿਰ ਸਾਧ ਸੰਗਤ ਜੀ ਉੱਥੇ ਸੁੱਖ ਕਿੱਥੋਂ ਆਉਣਾ? ਉੱਥੇ ਸੁੱਖ ਨਹੀਂ, ਫਿਰ ਮੰਗਤਾ ਬਣ ਜਾਂਦਾ ਫਿਰ ਪਰਿਵਾਰ। ਉਂਝ ਆਪਣੇ ਆਪ ਨੂੰ ਕਹਿਣ ਕਹਾਉਣ ਦੇ ਵਿੱਚ ਤਾਂ ਬਹੁਤ ਕੁਝ ਕਿਹਾ ਜਾਂਦਾ, ਪਰ ਹੈ ਭਿਖਾਰੀ ਬਣ ਜਾਂਦੇ ਫਿਰ ਉਸ ਮੌਕੇ ਤੇ। ਭਿਖਾਰੀਆਂ ਵਾਲੀ ਗੱਲ ਹੀ ਹੈ ਨਾ ਵੀ ਮੰਗ ਕੇ ਚੀਜ਼ਾਂ ਲੈਣੀਆਂ, ਵੀ ਸਾਡੇ ਘਰ ਕੁਝ ਨਹੀਂ ਹੈਗਾ ਤੇ ਤੁਸੀਂ ਸਾਨੂੰ ਆਹ ਕੁਝ ਦਿਓ। ਤੇ ਉਸ ਤਰ੍ਹਾਂ ਬੱਲੇ ਬੱਲੇ ਵੀ ਆਪਾਂ ਵੱਡੇ ਸਰਦਾਰ ਹੁੰਦੇ ਆ ਤੇ ਵੱਡੇ ਸਰਦਾਰ ਤੇ ਧੀ ਵਾਲਿਆਂ ਕੋਲੋਂ ਮੰਗ ਮੰਗ ਕੇ ਦਾਜ ਲੈਣਾ। ਇਹ ਫਿਰ ਸਾਧ ਸੰਗਤ ਜੀ ਉਹ ਕਲੰਕ ਬਣ ਗਿਆ ਜਿਸ ਨੇ ਸਾਡੇ ਸਮਾਜ ਨੂੰ ਬਹੁਤ, ਸਾਧ ਸੰਗਤ ਜੀ ਇਹ ਕਲੰਕ ਲੱਗਾ ਹੋਇਆ। ਪਰ ਇਹ ਜੋ ਆਪਣੇ ਆਪ ਜੋ ਲੜਕੀ ਦੇ ਮਾਤਾ ਪਿਤਾ ਉਹ ਦੇਣ, ਉਹਦੇ ਤੇ ਮਨਾਹੀ ਨਹੀਂ ਹੈ। ਉਹਨੂੰ ਦਾਜ ਹੀ ਕਿਹਾ ਜਾਂਦਾ, ਭਾਵੇਂ ਥੋੜਾ ਵੀ ਦਿੱਤਾ ਜਾਵੇ। ਜੋ ਉਧਰਲੇ ਪਾਸੇ ਆਉਂਦਾ ਉਹਨੂੰ ਦਾਜ ਹੀ ਆਖਿਆ ਜਾਂਦਾ। ਤੇ ਇਸ ਕਰਕੇ ਜੋ ਵੀ ਲੜਕੀ ਦੇ ਮਾਤਾ ਪਿਤਾ ਦੇਣ, ਭਾਵੇਂ ਉਹ ਇੱਕ ਬਸਤਰ ਦੇ ਦੇਣ ਜਾਂ 2-4 ਬਸਤਰ ਦੇ ਦੇਣ, ਉਹ ਜੋ ਕੁਝ ਉਧਰੋਂ ਦਿੱਤਾ ਜਾਂਦਾ ਹੈ ਤੇ ਇਧਰਲੇ ਪਰਿਵਾਰ ਦੇ ਪਾਸ ਆਉਂਦਾ ਉਹਨੂੰ ਦਾਜ ਹੀ ਆਖਿਆ ਜਾਂਦਾ, ਉਹਦਾ ਨਾਮ ਦਾਜ ਹੈ। ਤੇ ਦਾਜ ਆਪਣੇ ਆਪ ਜੋ ਦਿੱਤਾ ਜਾਂਦਾ ਉਹਦੇ ਵਿੱਚ ਕੋਈ ਮਨਾਹੀ ਨਹੀਂ ਹੈ, ਕੋਈ ਦੋਸ਼ ਨਹੀਂ ਹੈ। ਦੋਸ਼ ਉਦੋਂ ਬਣਦਾ ਹੈ ਜਦੋਂ ਕੋਈ ਮੰਗ ਕੇ ਲੈਂਦਾ ਹੈ ਤੇ ਪਰਿਵਾਰ ਨੂੰ ਤੰਗ ਕੀਤਾ ਜਾਂਦਾ ਹੈ, ਦੁਖੀ ਕੀਤਾ ਜਾਂਦਾ ਹੈ, ਕਰਜ਼ਾਈ ਕੀਤਾ ਜਾਂਦਾ ਹੈ, ਉੱਥੇ ਫਿਰ ਉਹ ਦੋਸ਼ ਬਣ ਜਾਂਦਾ। ਇਸ ਕਰਕੇ ਕਹਿੰਦੇ ਵੀ ਬਹੁ ਦਾਇਜ ਦੀਨ ਉਤੰਗ ਤਖਾਰੇ, ਘੋੜੇ ਵੀ ਦਿੱਤੇ ਆ, ਇਸੇ ਤਰ੍ਹਾਂ ਊਠ ਵੀ ਦਿੱਤੇ ਹਨ। ਸੋਨਾ ਤੇ ਚਾਂਦੀ ਵੀ ਦਿੱਤੀ ਹੈ ਬਾਬਾ ਮੂਲ ਚੰਦ ਜੀ ਨੇ। ਤੇ ਫਿਰ ਦਾਸੀਆਂ ਵੀ ਨਾਲ ਦਿੱਤੀਆਂ ਹਨ ਮਾਤਾ ਸੁਲੱਖਣੀ ਜੀ ਦੇ ਨਾਲ, ਜੋ ਸੇਵਾ ਦੇ ਵਾਸਤੇ ਪ੍ਰੇਮ ਦੇ ਨਾਲ। ਇਹ ਉਸ ਮੌਕੇ ਦਾ ਰੀਤੀ ਰਿਵਾਜ ਸੀ ਸਾਧ ਸੰਗਤ ਜੀ ਕਿ ਵਿਆਹ ਵਾਲੀ ਪੁੱਤਰੀ ਦੇ ਨਾਲ ਦਾਸੀਆਂ ਵੀ ਜਿਹੜੀਆਂ ਸੀ ਉਹ ਵੀ ਨਾਲ ਆਉਂਦੀਆਂ ਸਨ। ਇਹ ਰਾਜੇ ਲੋਕਾਂ ਦੇ ਮੌਕੇ ਤੇ ਵੀ ਇਸ ਤਰ੍ਹਾਂ ਸੀ ਤੇ ਆਮ ਵੀ ਇਸ ਤਰ੍ਹਾਂ ਸਾਧ ਸੰਗਤ ਜੀ ਉਸ ਮੌਕੇ ਦਾ ਰੀਤੀ ਰਿਵਾਜ ਸੀ। ਉਹ ਦਾਸੀਆਂ ਜਿਹੜੀਆਂ ਹਨ ਉਹ ਨਾਲ ਵੀ ਸੇਵਾ ਵਾਸਤੇ ਆਈਆਂ ਹਨ। ਇਸ ਤਰ੍ਹਾਂ ਕਹਿੰਦੇ ਵੀ ਜੋ ਬਟਾਲੇ ਦਾ ਵੱਡਾ ਪੰਚ ਹੈ ਨਾ, ਚੌਧਰੀ ਹੈ, ਚੌਧਰੀ ਹਿੱਤਾ ਰੰਧਾਵਾ, ਉਹ ਹਿੱਤੇ ਰੰਧਾਵੇ ਨੇ ਇਹ ਸਾਰਾ ਦਾਜ ਜਿਹੜਾ ਬਹੁਤਾ ਦਿੱਤਾ ਹੈ, ਉਹਨਾਂ ਨੇ ਸੇਵਾ ਕੀਤੀ ਹੈ। ਇਸ ਤਰ੍ਹਾਂ ਬਹੁਤਾ ਜ਼ਿਆਦਾ ਜਿਹੜਾ ਹੈ ਜਸ ਕੀਤਾ ਹੈ, ਵੀ ਬਹੁਤਾ ਜ਼ਿਆਦਾ ਜਿਹੜਾ ਇਹ ਸਾਜੋ ਸਮਾਨ ਦੇ ਕਰਕੇ ਇਹ ਜਸ ਇਕੱਠਾ ਕੀਤਾ ਹੈ, ਭਾਵ ਵਡਿਆਈ ਖੱਟੀ ਹੈ। ਉਸ ਵੇਲੇ ਰਿਸ਼ਤੇਦਾਰਾਂ ਦੇ ਨਾਲ ਮਿਲ ਕਰਕੇ ਬਾਬਾ ਮੂਲ ਚੰਦ ਜੀ ਤੇ ਫਿਰ ਨਗਰ ਦੇ ਪੰਚ ਜੋ ਪੈਂਚ ਵਾ ਚੌਧਰੀ ਆ ਹਿੱਤਾ ਰੰਧਾਵਾ ਜੀ, ਉਹ ਵੀ ਨਾਲ ਮਿਲ ਗਏ ਆ ਬਾਬਾ ਮੂਲ ਚੰਦ ਜੀ ਦੇ। ਬਾਕੀ ਵੀ ਸਾਰੇ ਬਾਬਾ ਮੂਲ ਚੰਦ ਦੇ ਰਿਸ਼ਤੇਦਾਰ ਇੱਕ ਥਾਂ ਤੇ ਇਕੱਠੇ ਹੋ ਕਰਕੇ ਜਦੋਂ ਤੋਰਨ ਲੱਗੇ ਹਨ, ਇਹ ਸਾਰਾ ਸਾਜੋ ਸਮਾਨ ਦੇ ਕਰਕੇ ਤੇ ਫਿਰ ਅਧੀਨਗੀ ਦੇ ਨਾਲ ਹੋ ਰਹੇ ਆ, ਬਹੁਤ ਨਿਮਰਤਾ ਦੇ ਨਾਲ ਅਧੀਨਗੀ ਦੇ ਸਹਿਤ। ਬਾਬਾ ਮੂਲ ਚੰਦ ਜੀ ਨੇ ਦੋਵੇਂ ਹੱਥ ਜੋੜ ਕਰਕੇ ਤੇ ਫਿਰ ਬੇਨਤੀ ਕੀਤੀ ਆ ਮਹਿਤਾ ਕਲਿਆਣ ਚੰਦ ਜੀ ਬਾਬਾ ਪਰਮਾਨੰਦ ਜੀ ਦੇ ਅੱਗੇ। ਗੁਰੂ ਸਾਹਿਬ ਜੀ ਵੀ ਪਾਸ ਖਲੋਤੇ ਹੋਏ ਆ, ਹੁਣ ਤੋਰਨ ਲੱਗੇ ਆ ਨਾ ਮਾਤਾ ਸੁਲੱਖਣੀ ਜੀ ਨੂੰ, ਪਰਿਵਾਰ ਸਾਰਾ ਮਿਲ ਕਰਕੇ। ਤਾਂ ਉਸ ਮੌਕੇ ਬਾਬਾ ਮੂਲ ਚੰਦ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਜੋ ਇਹ ਮੇਰੀ ਪੁੱਤਰੀ ਹੈ ਨਾ, ਮੇਰੀ ਧੀ ਸੁਲੱਖਣੀ, ਆਤਮ ਜਾ ਮਮ ਕਿੰਕਰੀ ਜਾਨੋ। ਗੁਰੂ ਸਾਹਿਬ ਜੀ ਨੂੰ ਆਖਿਆ ਵੀ ਇਹ
मेरी पुत्री ये अपनी दासी जान लवो। ये मैं आप जी की सेवा दे विच भेंट कीती है, आप जी के घर दे विच आप जी की दासी बना करके भेज रहा हाँ, ते होर कुछ मेरे तो नहीं बनिया सौरिया कि मैं बहुता कुछ नहीं कर सकिया हाँ। ये उन्हां दी निमरता है। बरात की पूरी सेवा की, बहुता साजो समान भी दिता, फिर बेनती कर रहा कि मेरे को बहुता कुछ नहीं बनया है, मैं अपनी एक पुत्री आप जी के परिवार की आप जी की दासी बना करके भेज रहा हाँ। ते आप सब तरह करके जग दे विच लायक हो, जोग हो। इस तरह बाबा मूल चंद जी ने निमरता सहित बेनती की ते दोनों परिवार आपस में गल्लां बातां करके बहुत खुश होए। सब तरीके नाल चंगी तरह ये सारी रीति मर्यादा कीती है। दोवां पासे बहुत खुशी छाई हुई है दोवां धिरां दे विच। इधर भी मेहता कल्याण चंद जी दे परिवार विच भी, भाव बरात दे विच भी, ते उधर बाबा मूल चंद जी के तरफ भी दोवां पासे बहुत खुशी हुई है। दोवां परिवारां ने आपस में कहंदे भी रस प्रेम बनाई रखिया है। जिवें हिते रंधावे बजुर्ग चौधरी ने आख्या सी ना बाबे मूल चंद नूं भी एवें वध घट ना कोई बोल बैठी, प्रेम बनाई रखी, रस बनाई रखी। उस तरह कहते रस बनाई रखिया है। हुण माता चंदो राणी जी, धन माता सुलखणी जी दे सत्कारयोग माता जी, वो अपनी पुत्री अपनी धी नूं तोरन लगे आ डोले विच बैठा के, ते बहुत वैराग करते आ माता चंदो राणी जी। क्योंकि अपनी पुत्री का जिहड़ा प्रेम है हिरदे दे विचों उछल रहा है, नेत्रां दे विचों जल बन के वग रहा है। ते माता सुलखणी जी दीयां सहेलियां भी आके मिलियां, वो भी वैराग कर रही। माता सुलखणी जी नूं मिल मिल के डोले च बिठाउण लगियां। बहुत सहेलियां जिहड़ियां बचपन दे विच नाल खेडदियां रहियां, जवान होईयां, इकट्ठियां रहियां, वो सहेलियां मिल करके भी आईयां हन। जिथे बहुत ही वड्डी वडभागण, वड्डी वड्डियां भागां वाली जिस थां ते धन माता सुलखणी जी, उत्थे माता जी दीयां सहेलियां आईयां हन मिलन वास्ते, तोरन वास्ते, विदा करन वास्ते। किन्ने वड्डियां भागां वाले आ माता सुलखणी जी। साध संगत जी, भाई साहब जी ने लिखिया वड्डी वडभागण, कल्ली वडभागण नहीं लिखिया, वड्डी वडभागण लिखिया। उंज वडभागण का अर्थ भी वड्डियां भागां वाली है माता जी, पर नाल पहला वड्डी लिखिया भी बहुते वड्डियां भागां वाली माता जी, बहुते वड्डियां भागां वाली। क्योंकि जगत गुरु जी दे नाल विआह होया, संसार दे मालिक, संसार दे सतगुरु, जिन्हां तो वड्डा ही इस सृष्टि विच ना कोई आया पहलों ते ना कोई आउणा वा, वो पति मिलिया माता सुलखणी जी। सब ते वड्डा सतगुर नानक, सब ते वड्डा सतगुर नानक, सब ते सतगुर नानक, सब ते वड्डा 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 सतगुर नानक। जिन कल राखी मेरी, जिन कल राखी मेरी, जिन कल राखी मेरी, जिन कल राखी मेरी। सारियां तो वड्डे है सतगुरु श्री गुरु नानक देव साहब जी महाराज, ते ओ पति बने। माता सुलखणी जी नूं पति मिले सब तो वड्डे धन गुरु नानक साहब। इस करके वड्डियां भागां वाले, बहुते वड्डियां भागां वाले माता सुलखणी जी हो गए। ज्ञान ध्यान किश कर्म ना जाना, सार ना जाना तेरी, सब ते वड्डा सतगुर नानक, जिन कल राखी मेरी।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਖਾਲਸੇ ਦੇ ਸਜੇ ਹੋਏ ਦੀਵਾਨ ਦੇ ਵਿੱਚ ਬਚਨ ਕੀਤਾ ਸੀ, ਖਾਲਸਾ ਜੀ ਦੁਨੀਆ ਤੇ ਗੁਰੂ ਬੜੇ ਆਏ, ਬਹੁਤ ਚੌਹਾਂ ਯੁੱਗਾਂ ਵਿੱਚ ਗੁਰੂ ਹੋਏ ਆ ਤੇ ਹੁਣ ਵੀ ਆ, ਬਥੇਰੇ ਸੱਜੇ ਖੱਬੇ ਗੁਰੂ ਕਹਾਉਂਦੇ ਪਏ ਆ, ਕਿਤੇ ਗੁਰੂ ਇੱਕ ਵਾ ਕਿਤੇ ਦੁਨੀਆ ਤੇ। ਦਸ਼ਮੇਸ਼ ਪਾਤਸ਼ਾਹ ਨੇ ਆਖਿਆ ਗੁਰੂ ਬੜੇ ਆਏ ਸੰਸਾਰ ਦੇ ਉੱਤੇ, ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵਰਗਾ ਨਾ ਪਿੱਛੇ ਆਇਆ ਤੇ ਨਾ ਅੱਗੇ ਕੋਈ ਆਵੇਗਾ। ਮਹਾਰਾਜ ਕਹਿੰਦੇ ਗੁਰੂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਤੇ ਆਖਿਆ ਸੀ ਸਿੱਖ ਤਾਂ ਬਹੁਤ ਵਾ ਗੁਰੂ ਸਾਹਿਬਾਂ ਦੇ, ਪਰ ਸਿੱਖ ਹੋਇਆ ਬਾਬਾ ਲਹਿਣਾ। ਆਖਿਆ ਸਿੱਖਾਂ ਚੋਂ ਸਭ ਤੋਂ ਵੱਡੇ ਸਿੱਖ ਬਾਬਾ ਲਹਿਣਾ ਜੀ। ਆਖਿਆ ਸੇਵਕ ਵੀ ਅਨੇਕਾਂ ਅੱਗੇ ਵੀ ਹੋਣਗੇ ਸੇਵਕ ਗੁਰੂ ਘਰ ਦੇ, ਪਰ ਸੇਵਕ ਹੋਏ ਆ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਕੋਈ ਹੋ ਸਕਦਾ ਇਹੋ ਜਿਹਾ ਸੇਵਾਦਾਰ? ਬਜ਼ੁਰਗ ਅਵਸਥਾ ਵਿੱਚ 12 ਸਾਲ ਗਾਗਰ ਢੋਈ ਆ ਤੇ ਮਹਾਰਾਜ ਵੱਲੇ ਚਿਹਰਾ ਰੱਖ ਕੇ ਤੇ ਪਿਛਲੇ ਪੈਰੀਂ ਆਉਣਾ ਪਿਛਾਂਹ ਨੂੰ, ਵੀ ਪਿੱਠ ਨਾ ਹੋ ਜਾਵੇ ਗੁਰੂ ਸਾਹਿਬ ਜੀ ਵੱਲੇ। ਇਤਿਹਾਸ ਵਿੱਚ ਲਿਖਿਆ ਹੋਇਆ। ਜਪਜੀ ਸਾਹਿਬ ਦਾ ਪਾਠ ਕਰਦੇ ਆ, ਫਿਰ ਨਮਸਕਾਰ ਕਰਕੇ ਫਿਰ ਇਧਰ ਨੂੰ ਚਿਹਰਾ ਕਰਕੇ ਤੇ ਫਿਰ ਤੁਰਨਾ ਗੋਇੰਦਵਾਲ ਸਾਹਿਬ ਵੱਲ। ਤੇ ਆਖਿਆ ਰਿਸ਼ਤੇਦਾਰ ਹੋ ਕਰਕੇ ਜਿਨ੍ਹਾਂ ਨੇ ਸੇਵਾ ਕੀਤੀ ਉਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਤੇ ਫਿਰ ਆਖਿਆ ਪੁੱਤਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਪੁੱਤਰ ਹੋ ਕਰਕੇ ਪਿਤਾ ਦੀ ਆਗਿਆ ਮੰਨੀ। ਤੇ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂਆਂ ਦੇ ਗੁਰੂ, ਸਭ ਤੋਂ ਵੱਡੇ, ਤੇ ਜੋ ਆਪ ਸਭ ਤੋਂ ਵੱਡੇ ਆ ਤੇ ਉਹਨਾਂ ਦਾ ਸੰਗ ਪ੍ਰਾਪਤ ਹੋਇਆ ਧੰਨ ਮਾਤਾ ਸੁਲੱਖਣੀ ਜੀ। ਇਸ ਕਰਕੇ ਭਾਈ ਸਾਹਿਬ ਜੀ ਨੇ ਲਿਖਿਆ ਬਹੁਤੇ ਵੱਡਿਆਂ ਭਾਗਾਂ ਵਾਲੇ ਮਾਤਾ ਸੁਲੱਖਣੀ ਜੀ ਜਿੱਥੇ ਆ ਉੱਥੇ ਮਾਤਾ ਜੀ ਨੂੰ ਵਿਦਾਇਗੀ ਦੇਣ ਲੱਗਿਆ ਉਹਨਾਂ ਦੀਆਂ ਸਹੇਲੀਆਂ ਉਹ ਵੀ ਆ ਕਰਕੇ ਮਿਲੀਆਂ। ਹੁਣ ਡੋਲੇ ਦੇ ਵਿੱਚ ਬਿਠਾ ਦਿੱਤਾ ਹੈ ਆਪਣੀ ਸਪੁੱਤਰੀ ਨੂੰ, ਮਾਤਾ ਚੰਦੋ ਰਾਣੀ ਜੀ ਨੇ ਸਹੇਲੀਆਂ ਨੇ ਮਿਲ ਕੇ ਵਿਦਾਇਗੀ ਦਿੱਤੀ ਹੈ ਤੇ ਡੋਲੇ ਨੂੰ ਅੱਗੇ ਕਰਕੇ ਚੱਲ ਪਏ ਹਨ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਕਮਲ ਫੁੱਲ ਵਰਗੇ ਨੇਤਰ ਜਿਨ੍ਹਾਂ ਦੇ ਖਿੜੇ ਹੋਏ ਤੇ ਸੋਭਣੀਕ ਹੋ ਰਿਹਾ ਹੈ ਰੂਪ ਜਗਤ ਗੁਰੂ ਜੀ ਦਾ। ਉਸ ਮੌਕੇ ਤੇ ਮਹਾਰਾਜ ਦੇ ਪਿਤਾ ਜੀ ਚਾਚਾ ਜੀ ਉਹ ਧੰਨ ਵਾਰ ਰਹੇ ਆ, ਧੰਨ ਦੀ ਵਰਖਾ ਕਰ ਰਹੇ ਆ ਆਪਣੇ ਚਿੱਤ ਨੂੰ ਉਦਾਰ ਕਰਕੇ। ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਦੇ ਵਿਆਹ ਦੀ ਗੁਰੂ ਸਾਹਿਬ ਜੀ ਦੇ ਜਸ ਦੀ ਕੀਰਤੀ ਜਿਹੜੀ ਹੈ ਉਹ ਕਵੀ ਨੇ ਕਵਿਤਾ ਵਿੱਚ ਗਾ ਦਿੱਤੀ ਹੈ। ਬਜ਼ੁਰਗ ਨੌਜਵਾਨ ਜਿੰਨੇ ਵੀ ਮਨੁੱਖ ਹਨ ਦੋਹਾਂ ਤਰਫਾਂ ਦੇ, ਉਧਰਲੇ ਪਾਸੇ ਦੇ ਵੀ ਤੇ ਇਧਰਲੇ ਪਾਸੇ ਦੇ ਵੀ, ਦੋਹਾਂ ਪਾਸੇ ਹੀ ਬਹੁਤਾ ਜ਼ਿਆਦਾ ਜਸ ਫੈਲਾਇਆ ਹੈ। ਹੈਰਾਨ ਹੋ ਰਹੇ ਆ ਜਸ ਕਰਦਿਆਂ ਆ ਵਿਆਹ ਦਾ। ਜਿੰਨੇ ਬਰਾਤੀ ਆ ਉਹ ਵੀ ਵਿਆਹ ਦਾ ਜਸ ਕਰ ਰਹੇ ਆ ਤੇ ਜਿੰਨੇ ਉਧਰਲੇ ਪਾਸੇ ਮੇਲੇ ਹਨ ਉਹ ਵੀ ਸਾਰੇ ਜਸ ਕਰ ਰਹੇ ਹਨ ਵਿਆਹ ਦਾ। ਕੀ ਕਹਿੰਦੇ ਆ? ਕਹਿੰਦੇ ਜਿੰਨੇ ਵੀ ਬਜ਼ੁਰਗ ਤੇ ਨੌਜਵਾਨ ਕਹਿੰਦੇ ਵੀ ਸਾਡੀ ਜ਼ਿੰਦਗੀ ਵਿੱਚ ਸਾਡੇ ਵੇਖਦਿਆਂ ਹੋਇਆਂ ਕਦੇ ਵੀ ਇਸ ਤਰ੍ਹਾਂ ਦਾ ਕਹਿੰਦੇ ਵਿਆਹ ਨਹੀਂ ਕਦੀ ਹੋਇਆ। ਕਹਿੰਦੇ ਵੀ ਸਾਡੇ ਵੇਂਦੇ ਹੋਏ ਜਿਹੜੇ ਬਜ਼ੁਰਗ ਸੀ ਨਾ ਵਿੱਚ ਵੱਡੀਆਂ ਉਮਰਾਂ ਵਾਲੇ ਉਹ ਕਹਿੰਦੇ ਵੀ ਸਾਡੀ ਜ਼ਿੰਦਗੀ ਲੰਘ ਚੱਲੀ ਆ, ਵੀ ਸਾਡੀ ਜ਼ਿੰਦਗੀ 'ਚ ਇਹੋ ਜਿਹਾ ਵਿਆਹ ਇਹੋ ਜਿਹਾ ਉਤਸਵ ਨਹੀਂ ਅਸੀਂ ਵੇਖਿਆ। ਵਿਆਹ ਤੇ ਬੜੇ ਵੇਖੇ ਆ ਪਰ ਇਹੋ ਜਿਹਾ ਵਿਆਹ ਨਹੀਂ ਵੇਖਿਆ। ਜਿਹੜੇ ਨੌਜਵਾਨ ਆ ਉਹ ਵੀ ਆਪਸ ਵਿੱਚ ਮਿਲ ਕੇ ਨਾਲੇ ਹੈਰਾਨ ਹੋਏ ਆ ਤੇ ਨਾਲੇ ਕਹਿੰਦੇ ਵੀ ਇਸ ਤਰ੍ਹਾਂ ਦਾ ਵਿਆਹ ਆਪਾਂ ਵੀ ਨਹੀਂ ਵੇਖਿਆ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਸੰਭਾਲਾ ਵਿੱਚ। ਇਹ ਤਾਂ ਸਾਧ ਸੰਗਤ ਜੀ ਉਹ ਆ ਵੀ ਜੋ ਨੇਤਰਾਂ ਨਾਲ ਵੇਖਿਆ ਸਾਹਮਣੇ। ਇਸ ਵਿਆਹ ਦੇ ਵਿੱਚ ਤਾਂ ਦੇਵੀ ਦੇਵਤੇ ਵੀ ਹਾਜ਼ਰ ਹੋਏ ਵਿਆਹ ਵੇਖਣ ਵਾਸਤੇ। ਜਨਮ ਸਾਖੀ ਦੇ ਵਿੱਚ ਲਿਖਿਆ ਵਾ ਵੀ ਜਿਹੜੇ ਦੇਵੀ ਦੇਵਤੇ ਆ ਨਾ ਉਹ ਵੀ ਮਨੁੱਖਾਂ ਦਾ ਰੂਪ ਧਾਰਨ ਕਰਕੇ ਬਾਬਾ ਜੀ ਦਾ ਵਿਆਹ ਵੇਖਣ ਵਾਸਤੇ ਆਏ। ਉਹਨਾਂ ਨੇ ਆ ਕੇ ਵੀ ਖੁਸ਼ੀਆਂ ਮਨਾਈਆਂ ਕਿਉਂਕਿ ਸਾਰੀਆਂ ਦੇਵੀਆਂ ਤੇ ਸਾਰੇ ਹੀ ਦੇਵਤੇ ਉਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਸ ਵੀ ਗਾਉਂਦੇ ਆ ਤੇ ਨਮਸਕਾਰਾਂ ਵੀ ਕਰਦੇ ਆ ਤੇ ਗੁਰੂ ਘਰੇ ਝਾੜੂ ਵੀ ਫੇਰਦੇ ਆ, ਸੇਵਾ ਵੀ ਕਰਦੇ ਆ। ਸਤਿ ਸ੍ਰੀ ਅਕਾਲ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ 'ਚ ਆਪਾਂ ਸੋਦਰ ਦੀ ਪੌੜੀ ਸਵੇਰੇ ਜਪਜੀ ਸਾਹਿਬ 'ਚ 27ਵੀਂ ਪੌੜੀ ਪੜ੍ਹਦੇ ਹਾਂ।
ਤੇ ਸ਼ਾਮਾਂ ਨੂੰ ਜਦੋਂ ਰਹਿਰਾਸ ਸਾਹਿਬ ਜੀ ਦਾ ਪਾਠ ਆਰੰਭ ਹੁੰਦਾ ਤੇ ਫਿਰ ਸੋਦਰ ਦੀ ਚੌਂਕੀ ਜਿਸ ਵੇਲੇ ਲੱਗਦੀ ਹੈ ਤੇ ਉਸ ਵੇਲੇ ਉਹ ਪਵਿੱਤਰ ਸ਼ਬਦ ਜਦੋਂ ਪੜ੍ਹਿਆ ਜਾਂਦਾ ਹੈ ਤੇ ਉਹਦੇ ਵਿੱਚ ਸਭ ਦੇਵਤਿਆਂ ਦਾ ਜ਼ਿਕਰ ਆਉਂਦਾ, ਕਿਹੜੇ ਕਿਹੜੇ ਦੇਵਤੇ ਜਸ ਗਾਉਂਦੇ ਪ੍ਰਭੂ ਦਾ, ਤੇ ਪਰਮੇਸ਼ਰ ਦਾ ਸਰਗੁਣ ਸਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਗਾਵਹਿ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਇੰਦਰ ਦੇਵਤਾ ਆਪਣੇ ਦਲ ਦੇ ਨਾਲ, ਆਪਣੀਆਂ ਫੌਜਾਂ ਨਾਲ ਗੁਰੂ ਕਾ ਜਸ ਗਾਉਂਦਾ ਹੈ। ਭੱਟ ਸਾਹਿਬਾਨਾਂ ਨੇ ਸਵਈਆਂ ਵਿੱਚ ਕਥਨ ਕੀਤਾ ਵੀ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਵਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਇੰਦਰ ਤੋਂ ਆਦਿਕ ਸਾਰੇ ਦੇਵਤੇ, ਭਗਤ ਪ੍ਰਹਿਲਾਦ ਤੋਂ ਆਦਿਕ ਸਾਰੇ ਭਗਤ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜਸ ਗਾਉਂਦੇ। ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ, ਇੰਦਰਾਸਨ ਅਪਸ਼ਰਾ ਰਾਗ ਰਾਗਣੀ ਮੰਗਲ ਗਾਇਆ। ਇੰਦਰਾਸਨ ਇੰਦਰ ਦੇਵਤੇ ਨੇ ਵੀ ਤੇ ਸਵਰਗ ਦੀਆਂ ਅਪਸ਼ਰਾਂ ਨੇ ਵੀ, ਦੇਵਤਿਆਂ ਦੇ ਘਰ ਵਾਲੀਆਂ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਸ ਗਾਇਆ। ਇੰਦਰਾਸਨ ਅਪਸ਼ਰਾਂ ਰਾਗ ਰਾਗਣੀ ਮੰਗਲ ਗਾਇਆ। ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰ ਨਾਨਕ ਆਇਆ। ਫਿਰ ਭਾਈ ਸਾਹਿਬ ਕਬਿੱਤ ਸਵਈਆਂ 'ਚ ਕਥਨ ਕਰਦੇ ਆ, ਕਹਿੰਦੇ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੈ ਹੈ। ਵੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਸਾਰੇ ਦੇਵਤੇ ਸਾਰੀਆਂ ਦੇਵੀਆਂ ਤੇ ਆਉਂਦੇ ਆ, ਸਭ ਨਮਸਕਾਰਾਂ ਕਰਦੇ ਹਨ। ਤਾਂ ਜਿੰਨੇ ਵੀ ਆ, ਇਸ ਕਰਕੇ ਐਸਾ ਇਹ ਸੁੰਦਰ ਵਿਆਹ ਹੋਇਆ ਸਾਧ ਸੰਗਤ ਜੀ, ਜਿੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵਰਗਾ ਕੋਈ ਨਹੀਂ ਹੈ ਸੰਸਾਰ ਵਿੱਚ। ਮਾਤਾ ਸੁਲੱਖਣੀ ਉਹ ਵੀ ਇੱਕੋ ਹੀ ਹੋਏ ਆ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਮਹਿਲ। ਤੇ ਫਿਰ ਇਹ ਵਿਆਹ ਵੀ ਆਪਣੇ ਵਰਗਾ ਇੱਕੋ ਹੀ ਹੈ। ਉਹ ਕਹਿੰਦੇ ਬਜ਼ੁਰਗ ਤੇ ਨੌਜਵਾਨ ਵੀ ਆਪਾਂ ਆਪਣੀ ਜ਼ਿੰਦਗੀ ਵਿੱਚ ਇਹੋ ਜਿਹਾ ਉਤਸਵ, ਇਹੋ ਜਿਹਾ ਵਿਆਹ ਵੇਖਿਆ ਹੀ ਨਹੀਂ ਹੈ। ਉਹ ਕਹਿੰਦੇ ਵੀ ਜਿਵੇਂ ਇਸ ਵਿਆਹ ਦੇ ਵਿੱਚ, ਇਸ ਆਨੰਦ ਕਾਰਜ ਦੇ ਵਿੱਚ ਖੁਸ਼ੀ ਅਤਿਸ਼ੈ ਕਰਕੇ ਹੋਈ ਹੈ, ਬਹੁਤ ਖੁਸ਼ੀ ਪ੍ਰਾਪਤ ਹੋਈ ਹੈ। ਇਸ ਤਰੀਕੇ ਨਾਲ ਜਗਤ ਗੁਰੂ ਦਾ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਹੋਇਆ। ਤੇ ਬਰਾਤ ਉਧਰੋਂ ਡੋਲਾ ਲੈ ਕਰਕੇ ਚੱਲ ਪਈ ਹੈ, ਸੁਲਤਾਨਪੁਰ ਲੋਧੀ ਵੱਲ ਨੂੰ ਆ ਰਹੇ। ਇਸ ਤਰੀਕੇ ਨਾਲ ਕਹਿੰਦੇ ਜਸ ਫੈਲਾ ਕੇ ਬਰਾਤ ਵਾਪਸ ਵਿਦਾਇਗੀ ਲੈ ਕਰਕੇ ਚੱਲ ਪਈ ਰਸਤੇ ਤੇ। ਹੌਲੀ ਹੌਲੀ ਕਰਕੇ, ਜਿਵੇਂ ਜਾਂਦਿਆਂ ਜਿੱਥੇ ਜਿੱਥੇ ਪੜਾਅ ਕੀਤਾ ਸੀ ਨਾ, ਉਸੇ ਤਰ੍ਹਾਂ ਹੀ ਰਾਹ ਰਸਤੇ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਨਿਵਾਸ ਕਰਕੇ, ਜਿਵੇਂ ਜਾਂਦਿਆਂ ਕਹਿੰਦੇ ਜਿੱਥੇ ਜਿੱਥੇ ਟਿਕਾਣਾ ਕੀਤਾ ਸੀ, ਠਹਿਰਨਾ ਕੀਤਾ ਸੀ, ਇਸੇ ਤਰ੍ਹਾਂ ਹੀ ਆਉਂਦਿਆਂ ਉੱਥੇ ਉੱਥੇ ਰੁਕ ਕਰਕੇ ਫਿਰ ਵਾਪਸ ਆਏ ਹਨ। ਅੱਗੇ ਭਾਈ ਸਾਹਿਬ ਜੀ ਇੱਥੇ 22ਵਾਂ ਅਧਿਆਇ ਸਮਾਪਤ ਹੋਇਆ ਤੇ 23ਵਾਂ ਅਧਿਆਇ ਆਰੰਭ ਹੋ ਰਿਹਾ ਹੈ ਪੂਰ ਭਾਰਤ ਦਾ। ਤੇ 10 ਪਾਤਸ਼ਾਹੀਆਂ ਦੇ ਮੰਗਲ ਕਰ ਰਹੇ ਭਾਈ ਸੰਤੋਖ ਸਿੰਘ ਜੀ। ਪਿਛੇ 9 ਪਾਤਸ਼ਾਹੀਆਂ ਦੇ ਕੀਤੇ, ਹੁਣ 10 ਪਾਤਸ਼ਾਹੀ ਦਾ ਮੰਗਲ ਕਰਦੇ। ਸਿਕਤਾ ਕੰਨ ਤੇ, ਸਿਕਤਾ ਨਾਮ ਹੈ ਰੇਤਾ ਦਾ, ਕੰਨ ਨਾਮ ਹੈ ਉਹਦੇ ਨਿੱਕੇ ਜਿਹੇ ਕਿਣਕੇ ਦਾ। ਰੇਤਾ ਦੇ ਇੱਕ ਨਿੱਕੇ ਜਿਹੇ ਕਿਣਕੇ ਨੂੰ ਕਹਿੰਦੇ ਜਿਸ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੁਮੇਰ ਪਰਬਤ ਬਣਾ ਦਿੱਤਾ। ਤੇ ਜਿਹੜੇ ਵੱਡੇ ਵੱਡੇ ਸੁਮੇਰ ਪਰਬਤ ਸੀ ਨਾ, ਉਹਨਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਿੱਕਾ ਜਿਹਾ ਰੇਤ ਦਾ ਕਿਣਕਾ ਬਣਾ ਦਿੱਤਾ। ਕਿ ਜੇ ਐਸੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਗਲਾ ਅਧਿਆਇ ਆਰੰਭ ਕੀਤਾ, ਇਸ ਕਰਕੇ ਉੱਥੇ 10ਵੇਂ ਪਾਤਸ਼ਾਹੀ ਦਾ ਮੰਗਲ ਕਰ ਰਹੇ ਆ। ਵੀ ਐਸੇ ਸਮਰੱਥਾ ਵਾਲੇ ਆ ਧੰਨ ਗੁਰੂ ਕਲਗੀਧਰ ਪਾਤਸ਼ਾਹ, ਜਿਹੜੇ ਇੱਕ ਨਿੱਕੇ ਜਿਹੇ ਰੇਤਾ ਦੇ ਕਣ ਨੂੰ ਸੁਮੇਰ ਪਰਬਤ ਬਣਾ ਦਿੰਦੇ ਆ, ਤੇ ਸੁਮੇਰ ਪਰਬਤ ਨੂੰ ਇੱਕ ਨਿੱਕਾ ਜਿਹਾ ਕਿਣਕਾ ਬਣਾ ਦੇਣ ਵਾਲੇ ਹਨ। ਭਾਈ ਸੰਤੋਖ ਸਿੰਘ ਕਹਿੰਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੇਰੀ ਨਮਸਕਾਰ ਹੈ, ਜਿਹੜੇ ਕੇਵਲ ਦੀਨ ਦੁਖੀਆਂ ਨੂੰ ਦਾਨ ਦੇਣ ਵਾਲੇ ਹੀ ਆ, ਜਿਨ੍ਹਾਂ ਨੇ ਸੰਸਾਰ ਵਿੱਚ ਆ ਕਰਕੇ ਦਾਨ ਹੀ ਦਿੱਤਾ ਵਾ, ਆਪਣਾ ਆਪ ਵੀ ਦਾਨ ਵਿੱਚ ਦੇ ਦਿੱਤਾ।
ਆਪਣੇ ਪਿਤਾ ਜੀ ਵੀ ਦਾਨ ਵਿੱਚ ਦੇ ਦਿੱਤੇ, ਤਿਲਕ ਜੰਨੂ ਦੀ ਰਾਖੀ ਵਾਸਤੇ। ਆਪਣੇ ਪੁੱਤਰ ਵੀ ਦਾਨ ਹੀ ਕਰ ਦਿੱਤੇ, ਆਪਣੇ ਮਾਤਾ ਜੀ ਨੂੰ ਵੀ ਕੁਰਬਾਨ ਕਰ ਦਿੱਤਾ, ਆਪਣਾ ਨਗਰ ਵੀ ਕੁਰਬਾਨ ਕਰ ਦਿੱਤਾ, ਆਪਣਾ ਸਾਰਾ ਕੁਝ ਹੀ ਕੁਰਬਾਨ ਕਰ ਦਿੱਤਾ। ਇਸੇ ਕਰਕੇ ਕਲਗੀਧਰ ਪਾਤਸ਼ਾਹ ਵਰਗਾ ਕੋਈ ਦਾਨੀ ਦੁਨੀਆ ਤੇ ਨਹੀਂ ਆਇਆ। ਮਹਾਰਾਜ ਨੇ ਸਰਬੰਸ ਹੀ ਦਾਨ ਕਰ ਦਿੱਤਾ, ਸਰਬੰਸ, ਸਾਰਾ ਪਰਿਵਾਰ ਸਭ ਕੁਰਬਾਨ ਕਰ ਦਿੱਤਾ ਖਾਲਸੇ ਤੋਂ, ਕੌਮ ਤੋਂ, ਜਿਹੜੇ ਗਰੀਬਾਂ ਨੂੰ ਦਾਨ ਦੇਣ ਵਾਲੇ ਆ। ਫਿਰ ਮਹਾਰਾਜ ਸਾਹਿਬ ਜੀ ਨੇ ਧਨ ਦਾ ਦਾਨ ਵੀ ਦਿੱਤਾ ਹੈ ਬੇਅੰਤ, ਤੇ ਬ੍ਰਹਮ ਗਿਆਨ ਦਾ ਦਾਨ ਵੀ ਦਿੱਤਾ ਹੈ। ਕਿੰਨੇ ਕੁ ਦਾਨ ਦਿੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿੱਤੇ ਹੋਏ ਦਾਨ ਅੱਜ ਅਸੀਂ ਵਰਤ ਰਹੇ ਹਾਂ ਸਾਧ ਸੰਗਤ ਜੀ। ਉਹ ਦਾਨ ਸਾਨੂੰ ਪ੍ਰਾਪਤ ਹੋਏ ਆ ਇਸ ਸੰਸਾਰ ਦੇ ਜੀਵਾਂ ਨੂੰ। ਇਸ ਕਰਕੇ ਗੁਰੂ ਕੇ ਦਾਨ ਇੰਨੇ ਆ, ਉਹ ਦਾਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਐਸੇ ਦਾਨੀ, ਐਸੇ ਦਾਤੇ ਸਤਿਗੁਰੂ ਜੀ ਨੂੰ ਕਵੀ ਭਾਈ ਸੰਤੋਖ ਸਿੰਘ ਕਹਿੰਦੇ ਮੇਰੀ ਨਮਸਕਾਰ ਹੈ। ਅਗਲਾ ਅਧਿਆਇ ਆਰੰਭ ਕਰਦਿਆਂ ਹੋਇਆਂ ਫਿਰ ਬਾਕੀ ਦਾ ਇਤਿਹਾਸ ਵਰਣਨ ਕਰਦੇ ਆ। ਸੋਭਾ ਵਾਲੇ ਭਾਈ ਬਾਲਾ ਜੀ ਸੰਧੂ ਜਿਨ੍ਹਾਂ ਦੀ ਗੋਤ ਹੈ, ਉਹ ਬਚਨ ਕਰਦੇ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਇਤਿਹਾਸ ਸੁਣਾ ਰਹੇ ਆ, ਲਿਖਵਾ ਰਹੇ ਭਾਈ ਬਾਲਾ ਜੀ। ਕਹਿੰਦੇ ਵੀ ਵੱਖ-ਵੱਖ ਥਾਵਾਂ ਤੇ ਟਿਕਾਣਾ ਕਰਦਿਆਂ ਹੋਇਆਂ ਰਾਤਾਂ ਕੱਟ ਕੇ, ਜਿਵੇਂ ਜਾਂਦਿਆਂ ਰਾਹ ਵਿੱਚ ਰਾਤਾਂ ਕੱਟੀਆਂ, ਇਸੇ ਤਰ੍ਹਾਂ ਆਉਂਦਿਆਂ ਵੀ ਰਾਹ ਵਿੱਚ ਰਾਤਾਂ ਕੱਟ ਕੇ ਬਟਾਲੇ ਤੋਂ ਆਉਂਦਿਆਂ, ਤੇ ਫਿਰ ਨਿਕਟ ਨਗਰ ਕੇ ਗਈ ਬਰਾਤਾ। ਸੁਲਤਾਨਪੁਰ ਲੋਧੀ ਦੀ ਨਗਰੀ ਦੇ ਪਾਸ ਬਰਾਤ ਚਲੇ ਗਈ। ਜਿਸ ਬਰਾਤ ਦੀ ਸੋਭਾ ਭੰਤਾਂ ਭੰਤਾਂ ਦੀ ਹੈ, ਉਹ ਭੰਤਾਂ ਭੰਤਾਂ ਦੀ ਕਿਵੇਂ ਆਪਾਂ ਪਿੱਛੇ ਸਾਰੀ ਪੜ੍ਹੀ ਸੁਣੀ ਹੈ ਵੀ ਹਾਥੀ ਜਾ ਰਹੇ ਆ ਸਜੇ ਹੋਏ ਲੰਬਾਰੀਆਂ ਦੇ ਨਾਲ, ਝੂਲਦੇ ਹਾਥੀ ਜਾ ਰਹੇ ਆ, ਘੋੜੇ ਜਾ ਰਹੇ ਆ, ਊਠ ਜਾ ਰਹੇ ਆ, ਫਿਰ ਗੱਡੇ ਜਾ ਰਹੇ ਹਨ। ਤਾਂ ਇਸ ਤਰ੍ਹਾਂ 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 ਦੀ ਅੱਗੇ ਅੱਗੇ ਝੰਡੀਆਂ ਜਿਹੜੀਆਂ ਉਹ ਝੁਲਦੀਆਂ ਜਾ ਰਹੀਆਂ ਹਨ, ਤਰ੍ਹਾਂ ਤਰ੍ਹਾਂ ਦੀਆਂ, ਨਗਾਰੇ ਵੱਜਦੇ, ਢੋਲ ਵੱਜਦੇ, ਭੰਤਾਂ ਭੰਤਾਂ ਦੀ ਸੋਭਾ ਜਿਸ ਬਰਾਤ ਦੀ। ਭੇਰੀਆਂ ਵੱਜ ਰਹੀਆਂ, ਨਗਾਰੇ ਵੱਜ ਰਹੇ। ਨਿਸ਼ਾਨਾ ਨਾਮ ਨਗਾਰਿਆਂ ਦਾ ਤੇ ਪਟੇ ਨਾਮ ਸਾਧ ਸੰਗਤ ਜੀ ਇਹ ਵੀ ਨਗਾਰਿਆਂ ਦਾ ਹੀ ਹੈ, ਤੇ ਜਿਸ ਨੂੰ ਲੋਹੇ ਦੀਆਂ ਸਿੱਖਾਂ ਦੇ ਨਾਲ ਵਜਾਇਆ ਜਾਂਦਾ ਹੈ। ਤੇ ਜਦੋਂ ਸੁਲਤਾਨਪੁਰ ਲੋਧੀ ਦੇ ਨੇੜੇ ਬਰਾਤ ਆ ਗਈ ਹੈ ਨਾ ਬਾਬਾ ਜੀ ਦੀ, ਮਾਤਾ ਸੁਲੱਖਣੀ ਜੀ ਦਾ ਡੋਲਾ ਲੈ ਕਰਕੇ ਸੁਲਤਾਨਪੁਰ ਲੋਧੀ ਦੇ ਨੇੜੇ ਪਹੁੰਚ ਗਏ ਆ, ਤੇ ਨਗਰ ਵਾਲਿਆਂ ਦੇ ਕੰਨਾਂ ਵਿੱਚ ਨਗਾਰਿਆਂ ਦੀ ਆਵਾਜ਼ ਪੈ ਗਈ ਹੈ, ਸ਼ਰਨਾਈਆਂ ਦੀ ਆਵਾਜ਼ ਪੈ ਗਈ ਹੈ, ਢੇਰੀਆਂ ਦੀ ਆਵਾਜ਼ ਜਦੋਂ ਕੰਨਾਂ ਵਿੱਚ ਸੁਣੀ ਹੈ। ਜਿਵੇਂ ਕਹਿੰਦੇ ਬਰਸਾਤ ਰੁੱਤ ਦੇ ਵਿੱਚ ਤੇ ਘਨ ਘੋਰਾ ਬੱਦਲ ਜਿਹੜਾ ਹੈ, ਕਾਲੀਆਂ ਘਟਾਵਾਂ ਉੱਠ ਕਰਕੇ ਤੇ ਉਹ ਆਵਾਜ਼ ਕਰਦੀਆਂ ਬੱਦਲ ਗੱਜਦਾ ਹੈ। ਇਸ ਤਰ੍ਹਾਂ ਨਗਾਰੇ ਵੱਜ ਰਹੇ, ਤੇ ਜਿਵੇਂ ਬਰਖਾ ਰੁੱਤ ਵਿੱਚ ਜਦੋਂ ਬੱਦਲ ਗੱਜਦਾ ਤੇ ਮੋਰਾਂ ਨੂੰ ਚਾਅ ਚੜ ਜਾਂਦਾ ਹੈ ਨਾ, ਜਦੋਂ ਕੰਨਾਂ ਵਿੱਚ ਆਵਾਜ਼ ਪਈ ਵੀ ਮਹਾਰਾਜ ਸਾਹਿਬ ਜੀ ਦੀ ਬਰਾਤ ਆ ਗਈ ਹੈ, ਤੇ ਫਿਰ ਬਹੁਤਾ ਚਾਅ ਚੜਿਆ। ਜਿਵੇਂ ਬਰਸਾਤ ਰੁੱਤ ਵਿੱਚ ਮੋਰਾਂ ਨੂੰ ਬਹੁਤਾ ਜ਼ਿਆਦਾ ਚਾਅ ਚੜ੍ਹਦਾ, ਬਹੁਤੀ ਖੁਸ਼ੀ ਹੁੰਦੀ ਹੈ। ਇਸ ਤਰ੍ਹਾਂ ਕਹਿੰਦੇ ਹਨ ਕਿ ਸੁਲਤਾਨਪੁਰ ਲੋਧੀ ਦੇ ਲੋਕ ਖੁਸ਼ ਹੋ ਰਹੇ ਹਨ। ਤੇ ਪਹਿਲਾਂ ਹੀ ਜਾ ਰਹੇ ਆ ਬੇਬੇ ਨਾਨਕੀ ਜੀ ਦੇ ਘਰ ਵਿੱਚ ਬਰਾਤ ਆ ਰਹੀ ਹੈ, ਤੇ ਪਹਿਲਾਂ ਹੀ ਜਾ ਜਾ ਕੇ ਬੇਬੇ ਜੀ ਨੂੰ ਵਧਾਈਆਂ ਦੇ ਰਹੇ ਆ ਕਿ ਬੇਬੇ ਜੀ ਤੁਹਾਨੂੰ ਵਧਾਈਆਂ ਹੋਣ, ਤੁਹਾਡੇ ਵੀਰ ਜੀ ਆ ਗਏ ਆ, ਬਰਾਤ ਆ ਗਈ ਹੈ। ਸੁਲਤਾਨਪੁਰ ਲੋਧੀ ਦੀਆਂ ਸੰਗਤਾਂ ਛੇਤੀ ਦੇ ਨਾਲ ਵਾਰ-ਵਾਰ ਨਗਰ ਤੇ ਆ ਗਈਆਂ। ਜਗਤ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਮਨ ਵਿੱਚ ਸੁੱਖ ਪਾਉਣ ਵਾਸਤੇ। ਨਗਰ ਦੀਆਂ ਕਹਿੰਦੇ ਮਾਈਆਂ ਨੇ ਹਾਰ ਸ਼ਿੰਗਾਰ ਜਿਹਾ ਕੀਤਾ ਹੈ। ਬਹੁਤੇ ਕਹਿੰਦੇ ਸੋਹਣੇ ਬਸਤਰ ਤੇ ਗਹਿਣੇ ਪਹਿਨ ਲਏ ਉਹਨਾਂ ਨੇ, ਉਹ ਵੀ ਆ ਗਈਆਂ ਬਾਹਰ। ਟੋਲੀਆਂ ਬੰਨ ਬੰਨ ਕੇ ਮਾਈਆਂ ਬੀਬੀਆਂ ਗਲੀਆਂ ਵਿੱਚ ਆ ਗਈਆਂ। ਆ ਕੇ ਬੇਬੇ ਨਾਨਕੀ ਜੀ ਦੇ ਘਰ ਵਿੱਚ ਮਾਈਆਂ ਬੀਬੀਆਂ ਸੁਲਤਾਨਪੁਰ ਲੋਧੀ ਦੀਆਂ ਨੇ ਵਧਾਈਆਂ ਦਿੱਤੀਆਂ ਕਿ ਭੈਣ ਨਾਨਕੀ ਤੈਨੂੰ ਵਧਾਈ ਹੋਵੇ, ਤੇਰਾ ਵੀਰ ਵਿਆਹ ਕਰਕੇ ਆ ਗਿਆ ਹੈ। ਤੇ ਮਾਈਆਂ ਬੀਬੀਆਂ ਨੂੰ ਕਹਿੰਦੇ
ਵੀ ਬਹੂ ਵੇਖਣ ਦੀ ਇੱਛਾ ਹੈ। ਬੇਬੇ ਨਾਨਕੀ ਜੀ ਦੇ ਪਾਸ ਆ ਕਰਕੇ ਸ਼ੁਭ ਬਚਨ ਬੋਲੇ, ਵਧਾਈਆਂ ਦਿੱਤੀਆਂ। ਬਰਾਤ ਆ ਗਈ ਹੈ, ਸੁਲਤਾਨਪੁਰ ਲੋਧੀ ਨਗਰੀ ਦੇ ਵਿੱਚ ਪ੍ਰਵੇਸ਼ ਕਰ ਦਿੱਤਾ ਸਾਰੀ ਬਰਾਤ ਨੇ। ਜਾਣੋ ਕਿ ਬੱਦਲ ਹੀ ਆ ਗਿਆ ਆਨੰਦ ਦਾ, ਖੁਸ਼ੀਆਂ ਦਾ ਬੱਦਲ ਹੀ ਆ ਗਿਆ ਇਹ ਵਰਖਾ ਕਰਨ ਵਾਸਤੇ। ਲਾੜਾ ਤੇ ਲਾੜੀ ਅੱਗੇ ਅੱਗੇ ਜਾ ਰਹੇ ਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਲਾੜੇ ਰੂਪ ਵਿੱਚ ਤੇ ਧੰਨ ਮਾਤਾ ਸੁਲੱਖਣੀ ਜੀ ਦੁਲਹਨ ਦੇ ਰੂਪ ਦੇ ਵਿੱਚ, ਵਹੁਟੀ ਦੇ ਰੂਪ ਦੇ ਵਿੱਚ ਉਹ ਜਾ ਰਹੇ ਹਨ ਅੱਗੇ। ਜਗਤ ਗੁਰੂ ਜੀ ਤੇ ਮਾਤਾ ਸੁਲੱਖਣੀ ਜੀ ਸਾਰੇ ਬਰਾਤ ਤੋਂ ਅੱਗੇ ਅੱਗੇ, ਤੇ ਪਿੱਛੇ ਪਿੱਛੇ ਹਾਥੀ ਤੇ ਅਸਵਾਰ ਚਾਚਾ ਲਾਲੂ ਜੀ ਜਾ ਰਹੇ ਆ ਤੇ ਮੁੱਠਾਂ ਭਰ ਭਰ ਕੇ ਧਨ ਦੀ ਵਰਖਾ ਹੀ ਕਰੀ ਜਾਂਦੇ ਚਾਚਾ ਲਾਲੂ ਜੀ। ਇਸ ਪ੍ਰਕਾਰ ਸੋਭਾ ਵਾਲੇ ਬੇਦੀ ਕੁਲ ਦੇ ਨਿਸ਼ਾਨ ਸਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹੌਲੀ ਹੌਲੀ ਮਹਾਰਾਜ ਸਾਹਿਬ ਜੀ ਆਪਣੇ ਘਰ ਵਿੱਚ ਪਹੁੰਚ ਗਏ ਹਨ, ਗੁਰੂ ਕੇ ਬਾਗ ਸਾਹਿਬ ਵਾਲੇ ਅਸਥਾਨ ਤੇ। ਮਾਈਆਂ ਬੀਬੀਆਂ ਦੇ ਸਹਿਤ ਬੇਬੇ ਨਾਨਕੀ ਜੀ ਨੇ ਛੇਤੀ ਦੇ ਨਾਲ ਭੱਜ ਭੱਜ ਕੇ ਘਰ ਤੋਂ ਬਾਰ-ਬਾਰ ਬਾਹਰਲੇ ਦਰਵਾਜ਼ੇ ਤੇ ਨਿਕਲ ਕਰਕੇ ਨਾ, ਜਿੱਥੇ ਗਲੀ ਆ ਜਿੱਥੇ ਦਰਵਾਜ਼ਾ ਹੈ ਉੱਥੇ ਬਾਰ-ਬਾਰ ਨਿਕਲ ਕਰਕੇ ਸਾਰੀ ਜਿਹੜੀ ਕੁਲ ਦੀ ਰੀਤ ਉਹ ਸੰਪੂਰਨ ਕੀਤੀ ਹੈ। ਤੇ ਬੜੇ ਸਤਿਕਾਰ ਦੇ ਨਾਲ ਆਪਣੀ ਭਰਜਾਈ ਨੂੰ ਲੈ ਕਰਕੇ ਮਾਤਾ ਸੁਲੱਖਣੀ ਜੀ ਨੂੰ ਸੋਹਣੇ ਮਕਾਨ ਦੇ ਵਿੱਚ ਜਾ ਕਰਕੇ ਬਿਠਾਇਆ ਹੈ ਮਾਤਾ ਸੁਲੱਖਣੀ ਜੀ ਨੂੰ। ਸਭ ਤੋਂ ਪਹਿਲਾਂ ਮਾਤਾ ਸੁਲੱਖਣੀ ਜੀ ਦੀ ਝੋਲੀ ਦੇ ਵਿੱਚ ਬੇਬੇ ਨਾਨਕੀ ਜੀ ਨੇ ਲਿਆ ਕੇ ਧਨ ਦੀ ਥੈਲੀ ਪਾਈ ਹੈ ਤੇ ਬੇਬੇ ਨਾਨਕੀ ਜੀ ਖੁਸ਼ੀ ਨਾਲ ਭਰ ਗਏ ਆ ਤੇ ਉਹਨਾਂ ਦਾ ਸੀਨਾ ਠੰਡਾ ਠਾਰ ਹੋ ਗਿਆ। ਉਹਨਾਂ ਦੇ ਅੰਦਰ ਠੰਡ ਪੈ ਗਈ ਹੈ ਕਿ ਮੇਰੇ ਵੀਰ ਜੀ ਦਾ ਅੱਜ ਵਿਆਹ ਹੋਇਆ ਹੈ ਤੇ ਭੈਣ ਜੀ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਤੇ ਸਾਰੇ ਨਗਰ ਨਿਵਾਸੀਆਂ ਨੂੰ ਵੀ ਖੁਸ਼ੀ ਹੈ। ਤੇ ਬੇਬੇ ਨਾਨਕੀ ਜੀ ਦਾ ਹੀ ਸਾਧ ਸੰਗਤ ਜੀ ਇਹ ਵੱਡਾ ਪਰਉਪਕਾਰ ਹੈ ਕਿ ਸਾਡੇ ਸਾਰਿਆਂ ਤੇ ਇਹ ਬਖਸ਼ਿਸ਼ ਕੀਤੀ ਹੈ ਬੇਬੇ ਨਾਨਕੀ ਜੀ ਨੇ। ਉਹਨਾਂ ਦਾ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇੱਥੇ ਆਏ, ਉਹਨਾਂ ਦੇ ਇੱਥੇ ਚਰਨ ਪਏ ਤੇ ਵੱਡੇ ਵੱਡੇ ਅਸਥਾਨ ਸੋਭਨੀਕ ਹੋਣੇ ਸੀ ਇਸ ਧਰਤੀ ਤੇ। ਗੁਰਦੁਆਰਾ ਸ੍ਰੀ ਬੇਰ ਸਾਹਿਬ, ਸ੍ਰੀ ਹੱਟ ਸਾਹਿਬ, ਸ੍ਰੀ ਅੰਤਰਜਾਮਤਾ ਸਾਹਿਬ, ਸ੍ਰੀ ਗੁਰੂ ਕਾ ਬਾਗ ਸਾਹਿਬ, ਸ੍ਰੀ ਕੋਠੜੀ ਸਾਹਿਬ, ਸ੍ਰੀ ਸੰਤ ਘਾਟ ਸਾਹਿਬ ਔਰ ਬੇਬੇ ਨਾਨਕੀ ਜੀ ਦੇ ਅਸਥਾਨ, ਇਹ ਸਾਰੇ ਅਸਥਾਨ ਇਹ ਧਰਤੀ ਪਵਿੱਤਰ ਹੋਣੀ ਸੀ। ਇਹ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਪਰ ਵੱਡਾ ਪਰਉਪਕਾਰ ਧੰਨ ਧੰਨ ਬੇਬੇ ਨਾਨਕੀ ਜੀ ਦਾ ਵੀ ਹੈ। ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਔਰ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਗੁਰੂ ਸਾਹਿਬ ਜੀ ਵਿਆਹ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਪਣੇ ਘਰੇ ਗੁਰੂ ਕੇ ਬਾਗ ਸਾਹਿਬ ਪਹੁੰਚੇ ਹਨ। ਮਹਾਰਾਜ ਸਾਹਿਬ ਜੀ ਦਾ ਵਿਆਹ ਪੁਰਬ 3 ਤਰੀਕ ਨੂੰ ਆ ਰਿਹਾ ਸਾਧ ਸੰਗਤ ਜੀ, 3 ਸਤੰਬਰ ਨੂੰ। 1 ਤਰੀਕ ਨੂੰ ਸੰਗਤਾਂ ਨੇ ਬਟਾਲੇ ਤੋਂ ਇੱਥੇ ਆਉਣਾ ਹੈ, ਰਾਤ 1 ਤਰੀਕ ਨੂੰ ਦੀਵਾਨ ਸੱਜਣਗੇ। 2 ਤਰੀਕ ਨੂੰ ਅੰਮ੍ਰਿਤ ਵੇਲੇ ਸਵੇਰੇ 7 ਵਜੇ ਨਗਰ ਕੀਰਤਨ ਸਾਧ ਸੰਗਤ ਜੀ ਆਰੰਭ ਹੋਣਾ। 7 ਵਜੇ ਤੋਂ ਪਹਿਲਾਂ ਗੁਰੂ ਦੀਆਂ ਸੰਗਤਾਂ ਨੇ 6 ਵਜੇ ਦੇ ਨਾਲ ਹੀ ਸਾਧ ਸੰਗਤ ਜੀ ਇੱਥੇ ਗੁਰਦੁਆਰਾ ਸਾਹਿਬ ਵਿਖੇ, ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ 6 ਵਜੇ ਦੇ ਨਾਲ ਹੀ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। 2 ਤਰੀਕ ਨੂੰ 2 ਸਤੰਬਰ ਨੂੰ ਅੰਮ੍ਰਿਤ ਵੇਲੇ ਸ਼ਾਮਾਂ ਨੂੰ ਸਤਿਕਾਰ ਵਾਸਤੇ ਵੀ ਆਉਣਾ। ਹਾਂਜੀ, ਤੇ ਇਸ ਕਰਕੇ ਸੋ ਇਹ ਆਪ ਜੀ ਦੀ ਸੇਵਾ ਦੇ ਵਿੱਚ ਬੇਨਤੀ ਹੈ। 1 ਤਰੀਕ ਨੂੰ ਜੋ ਉੱਧਰੋਂ ਸੰਗਤਾਂ ਆਉਣੀਆਂ ਹਨ ਸ਼ਾਮਾਂ ਨੂੰ ਇੱਥੇ, ਉਹਨਾਂ ਦਾ ਵੀ ਆਦਰ ਮਾਣ ਸਤਿਕਾਰ ਕਰਨ ਵਾਸਤੇ ਗੁਰੂ ਦੀਆਂ ਸੰਗਤਾਂ ਨੇ ਪਹੁੰਚਣਾ। 2 ਤਰੀਕ ਨੂੰ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਸਤੇ ਆਪੋ ਆਪਣੀਆਂ ਗੱਡੀਆਂ ਲੈ ਕਰਕੇ, ਟਰੈਕਟਰ ਟਰਾਲੀਆਂ ਲੈ ਕਰਕੇ, ਸਾਧਨ ਲੈ ਕਰਕੇ ਆਪ ਜੀ ਨੇ ਸ਼ਾਮਲ ਹੋਣਾ। ਔਰ 2 ਤਰੀਕ ਨੂੰ ਸਾਧ ਸੰਗਤ ਜੀ ਫਿਰ ਸਵੇਰੇ ਨਗਰ ਕੀਰਤਨ ਆਰੰਭ ਹੋ ਕਰਕੇ ਬਟਾਲੇ ਦੀ ਧਰਤੀ ਤੇ 7 ਕਰਤਾਰੀਆ ਸਾਹਿਬ ਜਾ ਕਰਕੇ ਸਮਾਪਤੀ ਹੋਵੇਗੀ। ਔਰ 3 ਤਰੀਕ ਨੂੰ ਗੁਰਪੁਰਬ ਮਨਾਇਆ ਜਾ ਰਿਹਾ ਹੈ, ਮਹਾਰਾਜ ਸਾਹਿਬ ਜੀ ਦਾ ਵਿਆਹ ਗੁਰਪੁਰਬ। ਸੋ ਆਪ ਸਾਰੀਆਂ ਸੰਗਤਾਂ ਦੀ ਸੇਵਾ ਵਿੱਚ ਬੇਨਤੀ, ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸ ਅੜੀਆਂ
ਜਿਉ ਹੋਵੈ ਸਾਹਿਬ ਸਿਉ ਮੇਲ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन मोहे मया तार, अंधकूप महाभयान नानक पारे उतार। आए प्रभ शरणागति कृपा निध दयाल, एक अक्षर हर मन बसत नानक होत निहाल। कथा निता प्रत होत है सुनहो सिंह सुजान, नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा, वाहिगुरु जी की फतेह। सत श्री अकाल। वाहिगुरु जी का खालसा, वाहिगुरु जी की फतेह।